ਅਸੀਂ ਲੋਕੀ ਸੋਚਦੇ ਹਾਂ ਕਿਸਾਨ ਬੇਵਕੂਫ ਹੈਗਾ, ਕਿਸਾਨ ਅਨਪੜ੍ਹ ਹੈਗਾ, ਉਹਨੂੰ ਸਮਝ ਨਹੀਂ ਆਉਂਦਾ। ਕਿਸਾਨ ਜਿਹੜੀ ਗੱਲ ਕਰ ਰਿਹਾ ਉਹ ਅੱਗੇ ਦੇਖ ਕੇ ਗੱਲ ਕਰ ਰਿਹਾ, ਉਹਨੂੰ ਪਿੱਛੇ ਜਿਹੜਾ ਆਪਣਾ ਐਕਸਪੀਰੀਅੰਸ ਹੈ ਉਹਨੂੰ ਜਾਣਦੇ ਹੋਏ ਉਹ ਅਗਲੀ ਜਿਹੜਾ ਆਉਣ ਵਾਲਾ ਸਮੇਂ ਹੈ ਉਹਦੇ ਪਾਸੇ ਉਹਨੂੰ ਅਲਰਟ ਕਰ ਰਿਹਾ। ਮੈਂ ਕਹਿ ਰਿਹਾ ਕਿ ਕਿਸਾਨ ਸਮਝਦਾ ਝੋਨਾ ਲਗਾਉਣਾ ਹੈਗਾ ਕਿ ਪਾਣੀ ਖਿੱਚਿਆ ਜਾਂਦਾ ਬਹੁਤ ਜ਼ਿਆਦਾ, ਇਹ ਸਮਝਦਾ। ਇਹ ਵੀ ਸਮਝਦਾ ਕਿ ਵੀ ਸਟਬਲ ਬਰਨਿੰਗ ਨਾਲ ਉਹਨੂੰ ਹੀ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ, ਉਹਦੇ ਪਰਿਵਾਰ ਨੂੰ ਨੁਕਸਾਨ ਹੁੰਦਾ। ਕਿਸਾਨ ਜਾਗਰੂਕ ਹੈਗਾ, ਸਾਨੂੰ ਪਾਲਿਸੀ ਮੇਕਰਸ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈਗੀ ਹੈ। ਤੁਸੀਂ ਕਿਹਾ ਜੀ ਕਿ ਮੱਕੀ ਲਗਾ ਦਿਓ, ਉਹਨੇ ਮੱਕੀ ਲਗਾਤੀ। ਮੱਕੀ ਦਾ ਜਿਹੜਾ ਰੇਟ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਉਹ 1850 ਰੁਪਏ ਪ੍ਰਤੀ ਕੁਇੰਟਲ ਸੀਗਾ। ਮਾਰਕੀਟ ਵਿੱਚ ਉਹਨੂੰ 600 ਤੋਂ ਲੈ ਕੇ 900 ਰੁਪਏ ਪ੍ਰਤੀ ਕੁਇੰਟਲ ਮਿਲਦਾ। ਤੁਸੀਂ ਕਿਆ ਸਮਝਦੇ ਹੋ ਕਿ ਉਹ ਆਪਣਾ ਸਾਰਾ ਸੈਕਰੀਫਾਈਸ ਕਰਕੇ ਤੁਹਾਡਾ ਪਰਿਆਵਰਨ ਬਚਾਏਗਾ? ਤੁਸੀਂ ਚੌਥਾ ਕਾਨੂੰਨ ਲੈ ਕੇ ਆਓ। ਚੌਥਾ ਕਾਨੂੰਨ ਇਹ ਕਹੇ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈਗਾ ਅਸੀਂ ਕਾਨੂੰਨੀ ਅਧਿਕਾਰ ਬਣਾਤਾ ਹੈਗਾ। ਇਹ ਹੈ ਅਸਲੀ ਸੋਲੂਸ਼ਨ ਖੇਤੀ ਦੇ ਸੰਕਟ ਦਾ। ਕਿਉਂ ਨਹੀਂ ਸਰਕਾਰ ਕਰਦੀ ਹੈ? ਕਿਸਾਨ ਅੱਜ ਚਾਹੇ ਪੰਜਾਬ ਦਾ ਹੋਏ ਚਾਹੇ ਹਿੰਦੁਸਤਾਨ ਦਾ ਹੋਏ, ਉਹ ਉਸ ਡਿਜ਼ਾਈਨ ਨੂੰ ਚੈਲੰਜ ਕਰ ਰਿਹਾ ਜਿਹੜਾ ਕਿ ਇਹ ਮਜਬੂਰ ਕਰਦਾ ਕਿਸਾਨਾਂ ਨੂੰ ਖੇਤੀ ਛੱਡ ਕੇ ਸ਼ਹਿਰ ਵਿੱਚ ਆਉਣ ਵਾਸਤੇ। ਇਹ ਜਾਣ-ਬੂਝ ਕਰ ਕੀਤਾ ਜਾ ਰਿਹਾ ਹੈ ਕਿ ਬਈ ਇਹ ਸੋਚਿਆ ਗਿਆ ਹੈ ਕਿ ਜਦ ਤੱਕ ਲੋਕੀ ਜ਼ਿਆਦਾ ਖੇਤੀ ਵਿੱਚ ਰਹਿਣਗੇ ਤਦ ਤੱਕ ਵਿਕਾਸ ਨਹੀਂ ਹੋ ਪਾਏਗਾ। ਅਮਰੀਕਾ ਵੀ ਦੇਖ ਲਈਏ, ਯੂਰਪ ਵੀ ਦੇਖ ਲਈਏ, ਆਸਟ੍ਰੇਲੀਆ ਵੀ ਦੇਖ ਲਈਏ, ਜਿਹੜੇ ਵੀ ਅਮੀਰ ਦੇਸ਼ ਹੈਗੇ ਆ, ਕਿਤੇ ਨਹੀਂ ਹੋਇਆ ਕਿ ਅਮਰੀਕਨ ਦੇ ਕਿਸਾਨ ਦੀ ਜਾਂ ਯੂਰਪੀਅਨ ਕਿਸਾਨ ਦੀ ਜਿਹੜੀ ਇਨਕਮ ਹੈ ਉਹ ਵੱਧ ਗਈ ਹੋਏ ਜਦ ਤੋਂ ਅਸੀਂ ਕਾਰਪੋਰੇਟਾਈਜੇਸ਼ਨ ਕੀਤਾ ਹੈਗਾ, ਪ੍ਰਾਈਵੇਟਾਈਜੇਸ਼ਨ ਕੀਤਾ ਹੈਗਾ। ਪਿਛਲੇ 2 ਸਾਲ ਹੋ ਗਏ ਆ ਸਾਡੇ ਜਿਹੜੇ ਪੈਟਰੋਲ ਦੀ ਕੀਮਤਾਂ ਜਿਸ ਤਰੀਕੇ ਨਾਲ ਬੜੀਆਂ ਹੈਗੀਆਂ, ਤਾਂ ਉਪਭੋਗਤਾ ਨਹੀਂ ਬੋਲਿਆ। ਟਮਾਟਰ ਅਗਰ 40 ਰੁਪਏ ਹੋਗਾ ਤਾਂ ਤੁਹਾਡੇ ਤੇ ਬੋਝ ਪੈਂਦਾ, ਪੈਟਰੋਲ 65 ਰੁਪਏ ਤੋਂ 100 ਰੁਪਏ ਹੋ ਜਾ ਤਾਂ ਨਹੀਂ ਬੋਝ ਪੈਂਦਾ। ਕਿਸਾਨ ਵੀ ਔਰ ਕਾਰਪੋਰੇਟ ਵੀ ਇੱਕੋ ਬੈਂਕ ਤੋਂ ਲੋਨ ਲੈਂਦੇ। ਜਦ ਇੱਕ ਦਾ ਡਿਫਾਲਟ ਹੋ ਜਾਂਦਾ ਹੈ, ਨਹੀਂ ਦੇ ਪਾਉਂਦਾ, ਤਾਂ ਅਸੀਂ ਕਹਿੰਦੇ ਹਾਂ ਕਿ ਵੀ ਇਹ ਤਾਂ ਆਰਥਿਕ ਸੰਕਟ ਹੋ ਜਾਏਗਾ ਦੇਸ਼ ਦਾ ਜੇ ਅਸੀਂ ਕਰਜ਼ਾ ਮਾਫ ਕਰ ਦੇਵਾਂਗੇ। ਔਰ ਜਦ ਅਸੀਂ ਕਾਰਪੋਰੇਟ ਦਾ ਮਾਫ ਕਰਦੇ ਫਿਰ ਅਸੀਂ ਕਹਿੰਦੇ ਹਾਂ ਕਿ ਕਿਸਾਨ ਦੇਸ਼ ਦਾ ਆਰਥਿਕ ਵਿਕਾਸ ਹੋ ਜਾਏਗਾ। ਇਹ ਕਿਸ ਤਰ੍ਹਾਂ ਹੋ ਸਕਦਾ? ਕਿਉਂਕਿ ਜਦ ਸਰਕਾਰਾਂ ਸਾਰਾ ਕੁਝ ਕਹਿੰਦੀ ਹੈਗੀਆਂ, ਲੇਕਿਨ ਜਦ ਪਾਵਰ ਵਿੱਚ ਆ ਜਾਂਦੀਆਂ, ਇਹ ਸਾਰਾ ਕੁਝ ਕਰਨ ਦੇ ਬਾਅਦ ਵੋਟ ਮਿਲ ਜਾਂਦੀ ਹੈਗੀ, ਚਾਹੇ ਪਾਵਰ 'ਚ ਆ ਜਾਂਦੀਆਂ, ਫਿਰ 4 ਸਾਲ ਤਾਂ ਉਹ ਕਾਰਪੋਰੇਟ ਦੀ ਸੇਵਾ ਕਰਦੇ ਰਹਿੰਦੇ, ਤਾਂ ਕਿਸਾਨਾਂ ਦੀ ਗੱਲ ਹੀ ਨਹੀਂ ਹੁੰਦੀ ਹੈਗੀ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਕਿਸਾਨ ਅੰਦੋਲਨ ਨੇ ਖੇਤੀ ਦਾ ਜ਼ਿਕਰ ਵਿਸ਼ਵ ਪੱਧਰ ਤੇ ਵਧਾ ਦਿੱਤਾ ਹੈ। ਇਸ ਸੰਬੰਧੀ ਵੱਖ-ਵੱਖ ਵਿਸ਼ਿਆਂ ਤੇ ਗੱਲ ਹੋਣੀ ਸ਼ੁਰੂ ਹੋ ਗਈ ਹੈ। ਵੱਖ-ਵੱਖ ਪਹਿਲੂਆਂ ਤੇ ਗੱਲ ਚਰਚਾ ਛਿੜ ਗਈ ਹੈ। ਹੁਣ ਇਹ ਚਰਚਾ ਕਿਸ ਮੋੜ ਤੇ ਜਾ ਕੇ ਕੀ ਨਤੀਜਾ ਲੈਂਦੀ ਹੈ, ਇਹ ਚਰਚਾਵਾਂ ਛਿੜੀਆਂ ਹੋਈਆਂ ਨੇ। ਇਹਦਾ ਨਤੀਜਾ ਕੀ ਨਿਕਲੇਗਾ? ਕਿਸਾਨ ਅੰਦੋਲਨ ਦਾ ਨਤੀਜਾ ਕੀ ਨਿਕਲੇਗਾ? ਇਹ ਖੇਤੀ ਤੇ ਖੇਤੀਬਾੜੀ ਤੇ ਖੇਤੀ ਦੀ ਆਰਥਿਕਤਾ ਨੂੰ ਵਧਾਉਣ ਦੇ ਲਈ, ਕਿਸਾਨ ਦੀ ਆਮਦਨ ਵਧਾਉਣ ਨੂੰ ਕਿਹੜੇ ਹੱਲ ਹੋ ਸਕਦੇ ਨੇ, ਕਿੰਨਾ ਤੇ ਵਿਚਾਰ ਹੋ ਰਹੀ ਹੈ, ਕਿਹੜੇ ਨਤੀਜੇ ਤੇ ਪਹੁੰਚਣਗੇ? ਕਿਸਾਨ ਅੰਦੋਲਨ ਨੇ ਬੜੇ ਮੁੱਦੇ ਉਠਾਏ ਨੇ। 3 ਖੇਤੀ ਕਾਨੂੰਨ ਤਾਂ ਉਹ ਰੱਦ ਕਰਨ ਨੂੰ ਕਹਿ ਹੀ ਰਹੇ ਨੇ। ਦੂਸਰਾ ਉਹ ਕਹਿ ਰਹੇ ਨੇ MSP, ਮਿਨੀਮਮ ਸਮਰਥਨ ਪ੍ਰਾਈਸ, ਘੱਟੋ ਘੱਟ ਸਮਰਥਨ ਮੁੱਲ ਉਹਨਾਂ ਨੂੰ ਲੀਗਲੀ ਮੰਗਦੇ ਨੇ। ਜਿਵੇਂ ਕਿ ਆਪਾਂ ਥੋੜ੍ਹਾ ਇਲੈਕਸ਼ਨਾਂ ਦਿਨ ਚੱਲ ਰਹੇ ਨੇ, ਉਹ ਵੀ ਗੱਲ ਨਾਲ ਜੋੜ ਲਈਏ। ਜਿਵੇਂ ਲੋਕ ਮੰਨਦੇ ਨੇ ਕਿ ਚੋਣ ਮਨੋਰਥ ਪ੍ਰਤ ਨੂੰ ਲੀਗਲਾਈਜ਼ ਕੀਤਾ ਜਾਵੇ, ਉਹ ਵੀ ਲੀਗਲ ਡਾਕੂਮੈਂਟ ਹੋਣੇ। ਉਸੇ ਤਰ੍ਹਾਂ ਹੀ ਘੱਟੋ ਘੱਟ ਸਮਰਥਨ ਮੁੱਲ ਨੂੰ ਲੀਗਲ ਬਣਾਉਣਾ ਚਾਹੁੰਦੇ ਨੇ। ਇਸ ਸੰਬੰਧੀ ਤੇ ਖੇਤੀ ਸੰਬੰਧੀ ਤੇ ਖੇਤੀ ਦੀ ਆਰਥਿਕਤਾ ਸੰਬੰਧੀ, ਕਿਸਾਨ ਦੀ ਆਮਦਨ ਸੰਬੰਧੀ, ਉਹਨੂੰ ਵਧਾਉਣ ਸੰਬੰਧੀ ਕੀ ਹੱਲ ਹੋ ਸਕਦੇ ਨੇ, ਕੀ ਵਿਚਾਰ ਚਰਚਾ ਹੋ ਸਕਦੀ ਹੈ, ਕਿਸ ਵਿਸ਼ੇ ਤੇ ਵਿਸ਼ਵ ਪੱਧਰ ਤੇ ਇਹਦਾ ਕੀ ਆਧਾਰ ਹੈ, ਕਿਸ ਆਧਾਰ ਨੂੰ ਲੈ ਕੇ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇੱਕ ਦੇਸ਼ ਦੀ, ਖਾਸ ਕਰਕੇ ਭਾਰਤ ਦੇਸ਼ ਦੀ ਆਰਥਿਕਤਾ ਖੇਤੀ ਤੇ ਨਿਰਭਰ ਹੈ। ਕਿਉਂਕਿ ਜੇ ਮੰਨਿਆ ਜਾਵੇ ਤਾਂ ਪੰਜਾਬ ਦੇ ਵਿੱਚ 52% ਲੋਕ ਖੇਤੀ ਤੇ ਆਧਾਰਿਤ ਨੇ, 48% ਉਦਯੋਗ ਤੇ ਆਧਾਰਿਤ ਨੇ। ਹੁਣ ਇਸ ਵਖਰੇਵੇਂ ਨੂੰ ਕਿਵੇਂ ਸਮਝਣਾ ਹੈ ਤੇ ਕਿਵੇਂ ਇਸ ਨੂੰ ਇੰਪਲੀਮੈਂਟ ਕਰਨਾ? ਸਰਕਾਰਾਂ ਕਿੱਥੇ ਅਣਗਹਿਲੀ ਕਰ ਜਾਂਦੀਆਂ ਨੇ ਜਾਂ ਲੋਕ ਆਪਣੇ ਹੱਕ ਮੰਗਣੇ ਕਿੱਥੋਂ ਰਹਿ ਜਾਂਦੇ ਨੇ? ਇਸ ਪ੍ਰਤੀ ਚਰਚਾ ਕਰਾਂਗੇ ਆਪਾਂ। ਖੇਤੀਬਾੜੀ ਦੀ ਆਰਥਿਕਤਾ ਦੇ ਮਾਹਿਰ, ਕਿਸਾਨੀ ਨੂੰ ਉੱਪਰਲੇ ਪੱਧਰ ਤੇ ਲਿਜਾਣ ਲਈ ਵਿਚਾਰਾਂ ਦੇ ਮਾਹਿਰ, ਉਸ ਵਿਸ਼ੇ ਦੇ ਮਾਹਿਰ ਸ਼੍ਰੀ ਦਵਿੰਦਰ ਸ਼ਰਮਾ ਜੀ ਸਾਡੇ ਨਾਲ ਨੇ। ਮੈਂ ਦਰਸ਼ਕਾਂ ਵਿੱਚ ਵਕਫਾ ਨਾ ਬਣਦੇ ਹੋਏ ਸਿੱਧਾ ਸ਼ਰਮਾ ਜੀ ਕੋਲ ਜਾਵਾਂਗਾ। ਸ਼ਰਮਾ ਜੀ, ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ। ਬਹੁਤ ਸ਼ੁਕਰੀਆ ਜੀ। ਆਈ ਥਿੰਕ ਇਟਸ ਅ ਪਲੇਜ਼ਰ ਫॉर ਮੀ ਟੂ ਟਾਕ ਟੂ ਆਲ ਯੋਰ ਵਿਊਅਰਸ। ਸ਼ਰਮਾ ਜੀ, ਕਿਸਾਨ ਅੰਦੋਲਨ ਨੇ ਵਿਸ਼ਵ ਪੱਧਰ ਤੇ ਖੇਤੀ ਸੰਬੰਧੀ ਹਰ ਮੁੱਦੇ ਦੀ ਚਰਚਾ ਛੇੜ ਦਿੱਤੀ ਹੈ। ਕਿਸਾਨ ਅੰਦੋਲਨ ਦਾ ਇੱਕ ਟਾਰਗੇਟ ਹੈ ਕਿ 3 ਖੇਤੀ ਕਾਨੂੰਨ ਜੋ ਹੈਗੇ ਹੈ ਉਹਦੇ ਉਥਾਨ ਵਾਸਤੇ, ਉਹਦੇ ਉਭਾਰ ਵਾਸਤੇ ਵੱਡਾ ਰੋੜਾ ਨੇ, ਉਹਨੂੰ ਰੱਦ ਕੀਤਾ ਜਾਵੇ। ਇਹਦੇ ਨਾਲ ਚਰਚਾਵਾਂ ਹੋਰ ਵੀ ਛਿੜ ਗਈਆਂ ਨੇ ਕਿ ਖੇਤੀ ਸੰਬੰਧੀ
ਕਿਸ ਤਰ੍ਹਾਂ ਆਰਥਿਕਤਾ ਨੂੰ ਵਧਾਇਆ ਜਾ ਸਕਦਾ, ਕਿਸਾਨ ਦੀ ਆਮਦਨ ਨੂੰ ਕਿਸ ਤਰ੍ਹਾਂ ਉੱਪਰ ਲੈ ਕੇ ਜਾ ਸਕਦਾ, ਵਿਸ਼ਵ ਪੱਧਰ ਤੇ ਇਸ ਦੀ ਕੀ ਚਰਚਾ ਹੈ। ਆਪਾਂ ਗੱਲ ਸ਼ੁਰੂ ਕਰਾਂਗੇ ਪੰਜਾਬ ਤੋਂ। ਪੰਜਾਬ 'ਚ 52% ਲੋਕ ਖੇਤੀ ਤੇ ਆਧਾਰਿਤ ਨੇ, 48% ਉਦਯੋਗ ਤੇ। ਜਦੋਂ ਕਿ ਸਰਕਾਰ ਮੰਨਦੀ ਰਹੀ ਕਿ ਉਦਯੋਗ ਦੇ ਵਿੱਚ ਵਾਧਾ ਕਰਕੇ ਉਹਦੇ ਕਰਕੇ ਤਰੱਕੀ ਜੁੜੀ ਹੋਈ ਹੈ, ਉਹਦੇ ਨਾਲ GDP ਜੁੜੀ ਹੋਈ ਹੈ, ਜਦ ਕਿ ਆਧਾਰ ਫੂਡ ਹੈ, ਖੇਤੀ ਹੈ। ਇਹਨੂੰ ਤੁਸੀਂ ਇਸੇ ਕਿਵੇਂ ਕਹੋਗੇ ਅਲੱਗ-ਅਲੱਗ ਤਰੀਕੇ? ਦੇਖੋ, ਪੰਜਾਬ ਅਲੱਗ ਹੀ ਨਹੀਂ ਹੈ, ਸਾਰੇ ਦੇਸ਼ ਵਿੱਚ ਜਾਂ ਸਾਰੀ ਦੁਨੀਆ ਵਿੱਚ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਇਕਨੋਮਿਕ ਮਾਡਲ ਜਾਂ ਇਕਨੋਮਿਕ ਡਿਜ਼ਾਈਨ ਜਿਹੜਾ ਬਣਾਇਆ ਗਿਆ ਹੈ ਜੀ, ਉਹਦੇ ਵਿੱਚ ਇਹ ਹੈਗਾ, ਬੜਾ ਕਲੀਅਰ ਹੈ ਕਿ ਵੀ ਐਗਰੀਕਲਚਰ ਵਿੱਚੋਂ ਲੋਕਾਂ ਨੂੰ ਘਟਾਉਣਾ ਹੈਗਾ ਔਰ ਸ਼ਹਿਰ ਵਿੱਚ ਲੈ ਕੇ ਆਉਣਾ, ਕਿਉਂਕਿ ਇਕਨੋਮਿਕ ਗਰੋਥ ਵਾਸਤੇ ਮੰਨਿਆ ਜਾਂਦਾ ਹੈ ਕਿ ਸਿਰਫ ਇੰਡਸਟਰੀ ਜਿਹੜਾ ਹੈਗਾ ਉਹ ਇਟਸ ਐਨ ਇੰਜਨ ਆਫ ਇਕਨੋਮਿਕ ਗਰੋਥ। ਮਤਲਬ ਜੋ ਅਸਲੀ ਉਹਦੇ ਵਿੱਚ ਜਿਹੜਾ ਸਥਾਨ ਹੈਗਾ ਇਕਨੋਮਿਕ ਗਰੋਥ ਜਾਂ ਇਕਨੋਮਿਕ ਜੋ ਸਾਡੀ ਗਰੋਥ ਜਾਂ ਸਾਡੀ ਜੋ ਵੀ ਅਸੀਂ ਕਹਿੰਦੇ ਹਾਂ ਪ੍ਰੋਗਰੈਸ ਹੋਣੀ ਚਾਹੀਦੀ ਹੈ, ਉਹ ਉਹਨਾਂ ਨੂੰ ਲੱਗਦਾ ਕਿ ਰਸਤਾ ਇੱਕੋ ਹੀ ਹੈ, ਇੰਡਸਟਰੀ ਦੇ ਮਾਧਿਅਮ ਤੋਂ ਹੈਗਾ। ਇਸੇ ਕਰਕੇ ਕੋਸ਼ਿਸ਼ ਹੈ, ਚਾਹੇ ਪੰਜਾਬ ਹੋਏ, ਚਾਹੇ ਬਿਹਾਰ ਹੋਏ, ਚਾਹੇ ਪੂਰਾ ਦੇਸ਼ ਹੋਏ, ਸਾਡੇ ਵੀ ਪਾਲਿਸੀ ਮੇਕਰਸ ਦਾ ਇੱਕੋ ਹੀ ਸੋਚ ਹੈਗੀ ਹੈ ਕਿ ਵੀ ਜਦ ਤੱਕ ਅਸੀਂ ਖੇਤੀ ਵਿੱਚੋਂ ਲੋਕਾਂ ਨੂੰ ਨਹੀਂ ਕੱਢਾਂਗੇ ਤਦ ਤੱਕ ਇੱਕ ਐਗਰੀਕਲਚਰ ਦੀ ਵੀ ਗਰੋਥ ਔਰ ਪਲੱਸ ਦੇਸ਼ ਦੀ ਇਕਨੋਮਿਕ ਗਰੋਥ ਨਹੀਂ ਹੋ ਪਾਏਗੀ। ਤਾਂ ਇਸ ਕਰਕੇ ਇਹ ਜਿਹੜੀ ਜਦ ਤੱਕ ਅਸੀਂ ਮਤਲਬ ਜਿਹੜੀ ਡਿਜ਼ਾਈਨ ਹੈ ਇਹਨੂੰ ਨਹੀਂ ਸਮਝਾਂਗੇ, ਜਦ ਤੱਕ ਸਾਨੂੰ ਸਮਝ ਨਹੀਂ ਆਏਗਾ ਕਿ ਵੀ ਕਿਉਂ ਹੋਰ ਕੀ ਕਾਰਨ ਹੈ ਕਿ ਵੀ ਐਗਰੀਕਲਚਰ ਜਿਹੜਾ ਹੈਗਾ, ਮੈਂ ਉਹਨੂੰ ਅੰਗਰੇਜ਼ੀ ਵਿੱਚ ਕਹਿੰਦਾ ਹੁੰਦਾ ਕਿ ਇਟ ਹੈਜ਼ ਬੀਨ ਡੈਲੀਬਰੇਟਲੀ ਕੈਪਟ ਇੰਪੋਵਰਿਸ਼ਡ, ਯਾਨੀ ਜਾਣ ਬੁੱਝ ਕੇ ਅਸੀਂ ਉਹਨੂੰ ਉਸ ਲੈਵਲ ਤੇ ਰੱਖਿਆ ਹੋਇਆ ਜਿਹਦੇ ਵਿੱਚ ਉਹਦਾ ਉਠਾਨ ਬੜਾ ਮੁਸ਼ਕਿਲ ਲੱਗ ਰਿਹਾ ਹੈਗਾ। ਔਰ ਇਹ ਇਸ ਕਰਕੇ ਨਹੀਂ ਕਿ ਕਿਸਾਨ ਮਜ਼ਦੂਰੀ ਕਰਕੇ ਮਿਹਨਤ ਕਰਕੇ ਜਿੰਨਾ ਐਫਰਟ ਕਰਦਾ ਹੈਗਾ ਕਿ ਉਹ ਕੁਝ ਵੀ ਕਿਤੇ ਜਿਹਨੂੰ ਕਹਿੰਦੇ ਨਾ ਅੰਗਰੇਜ਼ੀ ਵਿੱਚ ਐਫੀਸ਼ੀਐਂਸੀ ਉਹਦੀ ਨਹੀਂ ਨਜ਼ਰ ਆਉਂਦੀ ਹੈਗੀ ਆ, ਉਹ ਨਹੀਂ ਹੈ। ਅਸੀਂ ਜਾਣ ਬੁੱਝ ਕੇ ਉਹਨੂੰ ਉਸ ਲੈਵਲ ਤੇ ਰੱਖਿਆ ਹੋਇਆ ਤਾਂ ਕਿ ਇਕਨੋਮਿਕ ਰਿਫਾਰਮਸ ਜਿਹੜੇ ਹੈਗੇ ਆ ਉਹ ਸਾਡੇ ਚੱਲਦੇ ਰਹਿਣ ਜਾਂ ਵਾਇਬਲ ਰਹਿਣ। ਉਹਦੇ ਵਾਸਤੇ ਇਹ ਇੱਕ ਡਿਜ਼ਾਈਨ ਹੈਗਾ ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਜੋ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਜਾਂ ਮੈਂ ਅਮਰੀਕਾ ਦੀ ਗੱਲ ਕਰ ਲਵਾਂ, ਉਹ ਸਾਨੂੰ ਇੱਕ ਤਰ੍ਹਾਂ ਦਾ ਇੱਕ ਮੈਸੇਜ ਮਿਲ ਜਾਂਦਾ ਬੜਾ ਕਿ ਪੰਜਾਬ ਨੇ ਜੋ ਸੋਚਿਆ ਕਿ ਲੋਕਾਂ ਨੂੰ ਕੱਢ ਕੇ ਅਸੀਂ ਸ਼ਹਿਰ ਵਿੱਚ ਲੈ ਕੇ ਆਈਏ, ਸ਼ਹਿਰ ਵਿੱਚ ਮਤਲਬ ਇੰਡਸਟਰੀ ਵਿੱਚ ਉਹਨਾਂ ਨੂੰ ਅਬਜ਼ੌਰਬ ਕਰੀਏ, ਸ਼ਹਿਰੀਕਰਨ ਜਿਹੜਾ ਹੋਏਗਾ ਉਹ ਪ੍ਰੋਸੈਸ ਜਿਹੜਾ ਹੈਗਾ ਉਸੇ ਕਰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਵੀ ਅੱਜ ਜਿਹੜਾ ਕਿਸਾਨ ਸੜਕਾਂ ਤੇ ਬੈਠਾ ਹੈ, ਜਿਹੜਾ ਮੂਵਮੈਂਟ ਇੰਨੇ ਦਿਨਾਂ ਤੋਂ ਚੱਲ ਰਹੀ ਹੈ ਦਿੱਲੀ ਦੇ ਆਸ-ਪਾਸ, ਉਹ ਕੀ ਕਾਰਨ ਹੈਗਾ ਕਿ ਬਈ ਕਿ ਕਿਸਾਨ ਨੂੰ ਕਿਆ ਉਹ ਸਮਝ ਨਹੀਂ ਆਉਂਦਾ ਕਿ ਡਿਜ਼ਾਈਨ ਕੀ ਹੈਗਾ, ਜਾਂ ਕਿਸਾਨ ਉਸ ਡਿਜ਼ਾਈਨ ਨੂੰ ਚੈਲੰਜ ਕਰ ਰਿਹਾ ਹੈਗਾ। ਮੇਰਾ ਮੰਨਣਾ ਇਹ ਹੈਗਾ ਕਿ ਕਿਸਾਨ ਅੱਜ ਚਾਹੇ ਪੰਜਾਬ ਦਾ ਹੋਏ ਚਾਹੇ ਹਿੰਦੁਸਤਾਨ ਦਾ ਹੋਏ, ਉਹ ਉਸ ਡਿਜ਼ਾਈਨ ਨੂੰ ਚੈਲੰਜ ਕਰ ਰਿਹਾ ਜਿਹੜਾ ਕਿ ਇਹ ਮਜਬੂਰ ਕਰਦਾ ਕਿਸਾਨਾਂ ਨੂੰ ਖੇਤੀ ਛੱਡ ਕੇ ਸ਼ਹਿਰ ਵਿੱਚ ਆਉਣ ਵਾਸਤੇ। ਮੈਂ ਤੁਹਾਡੇ ਡਿਜ਼ਾਈਨ ਦੇ ਸ਼ਬਦ ਨੂੰ ਥੋੜਾ ਜਿਹਾ ਐਲੈਬੋਰੇਟ ਕਰਦਾ, ਯਾਨੀ ਕਿ ਖੋਲ ਕੇ ਦੱਸਦਾ। ਮੇਰੇ ਹਿਸਾਬ ਨਾਲ ਤੁਸੀਂ ਇਹ ਕਹਿ ਰਹੇ ਹੋ ਡਿਜ਼ਾਈਨ ਦਾ ਮਤਲਬ ਜਿਹੜੀ ਇੱਕ ਰਾਇ ਬਣਾਈ ਗਈ ਹੈ ਵੀ ਇਸ ਨੂੰ ਇਸੇ ਢੰਗ ਨਹੀਂ ਮਾਪਿਆ ਜਾ ਸਕਦਾ, ਉਹ ਇੱਕ ਗਲਤ ਰਾਇ ਹੈ। ਯਾਨੀ ਕਿ ਜਿੱਥੇ ਕਹਿ ਰਿਹਾ ਸ਼ਹਿਰੀਕਰਨੀ ਡਿਵੈਲਪਮੈਂਟ ਦਾ ਵਿਕਾਸ ਦਾ ਮੁੱਦਾ ਹੈ, ਦੇਖੋ ਐਗਰੀਕਲਚਰ ਨੂੰ ਇਗਨੋਰ ਕਰ ਦਿੰਦੇ। ਦੇਖੋ, ਇਹ ਇਗਨੋਰ ਨਹੀਂ ਕੀਤਾ ਹੈ, ਇਹ ਜਾਣ ਬੁੱਝ ਕਰ ਕੀਤਾ ਜਾ ਰਿਹਾ ਹੈ ਕਿ ਬਈ ਇਹ ਸੋਚਿਆ ਗਿਆ ਹੈ ਕਿ ਜਦ ਤੱਕ ਲੋਕੀ ਜ਼ਿਆਦਾ ਖੇਤੀ ਵਿੱਚ ਰਹਿਣਗੇ ਤਦ ਤੱਕ ਵਿਕਾਸ ਨਹੀਂ ਹੋ ਪਾਏਗਾ। ਹੁਣ ਇਹ ਜਿਹੜੀ ਸੋਚ ਹੈ ਇਹ ਇੱਕ ਮੇਰੇ ਤੁਹਾਡੇ ਨਾਲ ਕਹਿਣ ਨਾਲ ਤਾਂ ਨਹੀਂ ਬਣਦੀ ਨਾ। ਇਹ ਜਿਹੜੇ ਪਾਲਿਸੀ ਮੇਕਰਸ ਹੈਗੇ, ਨੀਤੀ ਨਿਰਧਾਰਕ ਜਿਹੜੇ ਦੁਨੀਆ ਦੇ ਹੈਗੇ ਆ, ਉਹ ਜਾਂ ਯੂਨੀਵਰਸਿਟੀਜ਼ ਕਹਿ ਲਓ ਜਾਂ ਵਰਲਡ ਬੈਂਕ, IMF ਜਾਂ ਇਹਦੇ ਵਰਗੇ ਇੰਸਟੀਟਿਊਸ਼ਨ ਜਿਹੜੇ ਹੈਗੇ ਆ, ਉਹ ਇੱਕ ਬਿਲਡਅਪ ਕਰਦੇ ਹੈਗੇ ਕਿ ਵੀ ਦੁਨੀਆ ਨੂੰ ਇਕਨੋਮਿਕ ਰਸਤੇ ਤੇ ਕਿਹੜੇ ਤੇ ਲੈ ਕੇ ਚੱਲਣਾ ਹੈਗਾ। ਉਹ ਰਸਤਾ ਜਿਹੜਾ ਹੈਗਾ ਉਹ ਇਹ ਹੈਗਾ ਕਿ ਪ੍ਰਾਈਵੇਟਾਈਜੇਸ਼ਨ ਕਰੋ, ਇੰਡਸਟਰੀ ਨੂੰ ਬੜਾਵਾ ਦਿਓ ਔਰ ਉਹਦੇ ਨਾਲ ਹੀ ਤੁਹਾਡੀ ਜਿਹੜੀ ਹੈਗੀ ਹੈ ਇਕਨੋਮਿਕ ਗਰੋਥ ਜਿਹਨੂੰ ਕਹਿੰਦੇ ਆ ਜਾਂ ਆਰਥਿਕ ਵਿਕਾਸ ਜਿਹੜਾ ਹੈਗਾ ਉਹ ਉਸੇ ਰਸਤੇ ਤੋਂ ਹੋਏਗਾ, ਇਹ ਮੰਨ ਕੇ ਚੱਲਦੇ ਹੈਗੇ। ਪਰ ਮੰਨ ਲਓ ਜਿਹੜਾ ਹਿੰਦੁਸਤਾਨ ਦਾ ਜਿਹੜਾ ਪ੍ਰੋਟੈਸਟ ਹੋ ਰਿਹਾ ਹੈਗਾ, ਕਿਸਾਨ ਜਿਹੜੇ ਸੜਕਾਂ ਤੇ ਬੈਠੇ ਹੈਗੇ, ਉਹ ਬੇਸਿਕਲੀ ਉਸੇ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਕਿ ਆਰਥਿਕ ਜਿਹੜਾ ਡਿਜ਼ਾਈਨ ਹੈਗਾ ਉਹਨੂੰ ਚੈਲੰਜ ਕਰਦੇ ਆ। ਉਹਨਾਂ ਦਾ ਕਹਿਣਾ ਕਿ ਨਹੀਂ, ਖੇਤੀ ਵਿੱਚ ਕਿਸਾਨਾਂ ਦਾ ਰਹਿਣਾ ਬਹੁਤ ਜ਼ਰੂਰੀ ਹੈਗਾ। ਔਰ ਕਿਉਂ ਜ਼ਰੂਰੀ ਹੈਗਾ ਇਹ ਵੀ ਡਿਬੇਟ ਹੋ ਰਹੀ ਹੈ, ਔਰ ਨਾਲ ਇਹ ਵੀ ਹੈ ਕਿ ਕੀ ਰਸਤਾ ਹੋ ਸਕਦਾ ਹੈ ਕਿ ਬਈ ਉਹ ਖੇਤੀ 'ਚੋਂ ਉਹਨਾਂ ਨੂੰ ਕੱਢਿਆ ਨਾ ਜਾਏ। ਜਦ ਕਾਰਪੋਰੇਟਸ ਆਉਣਗੇ, ਕੰਪਨੀਆਂ ਆਉਣਗੀਆਂ, ਤਾਂ ਓਬਵੀਅਸਲੀ ਕਿਸਾਨ ਖੇਤੀ 'ਚੋਂ ਬਾਹਰ ਹੋਣਗੇ। ਇਸ ਦੀ ਚਿੰਤਾ ਹੈ ਉਹਨਾਂ ਨੂੰ, ਨਾਲ ਉਹਨਾਂ ਨੇ ਵੀ ਚਿੰਤਾ ਹੈ ਕਿ ਉਹਨਾਂ ਦੀ ਜਿਹੜੀ ਇਨਕਮ ਹੈਗੀ ਹੈ ਆਲਰੇਡੀ ਬੜੇ ਲੋ ਲੈਵਲ 'ਤੇ ਹੈਗੀ ਹੈ, ਉਹ ਕਿਸ ਤਰ੍ਹਾਂ बढ़ाई ਜਾਏ, ਇਸ ਕਰਕੇ ਵੀ ਉਹਨਾਂ ਚਿੰਤਾ ਹੈਗੀ। ਲੇਕਿਨ ਉਹ ਤੋਂ ਪਹਿਲੇ ਉਹਨਾਂ ਨੂੰ ਇਹ ਨਜ਼ਰ ਆਉਂਦਾ ਕਿ ਇਹਨਾਂ ਨੂੰ ਮਾਰ ਪਏਗੀ ਜਦ ਇਹ ਸੈਂਟਰਲ ਲਾਜ਼ ਆ ਜਾਣਗੇ ਤਾਂ ਉਹਨਾਂ ਦੀ ਜਿਹੜੀ ਇਕਨੋਮਿਕ ਹਾਲਤ ਹੈ ਹੋਰ ਵੀ ਖਸਤਾ ਹੋ ਜਾਏਗੀ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਜਦ ਸਮਝਦੇ ਹਾਂ, ਸਭ ਨੂੰ ਇੱਕ ਜਗ੍ਹਾ ਜਦ ਪਰੋਸਣੇ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਨਜ਼ਰ ਆਉਂਦਾ ਹੈ ਕਿ ਵੀ ਜਿਹੜਾ ਆਰਥਿਕ ਵਿਕਾਸ ਦਾ ਜਿਹੜਾ ਮਾਡਲ ਹੈ ਉਹੀ ਉਹਦੇ ਵਿੱਚ ਸਾਰੇ ਜਿਹੜੇ ਕ੍ਰਾਈਸਿਸ ਦੀ ਜੜ ਹੈਗੀ ਆ ਉੱਥੇ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਨੀਤੀ ਘਾੜੇ ਨੇ
ਜਾਂ ਜਿਹਦੇ ਪ੍ਰੈਸ਼ਰ 'ਚ ਨੀਤੀ ਚੱਲਦੀ ਹੈ, ਚਾਹੇ ਉਹ ਸਰਕਾਰ ਲਗਾ ਲਓ ਚਾਹੇ ਕਾਰੋਬਾਰੀ ਲਾ ਲਓ, ਉਦਯੋਗ, ਉਹਨਾਂ ਨੇ ਇੱਕ ਰਾਇ ਪੈਦਾ ਕਰ ਦਿੱਤੀ ਹੈ ਕਿ ਜਿੰਨਾ ਚਿਰ ਉਦਯੋਗ ਦਾ ਉਦਯੋਗੀ ਤੌਰ 'ਤੇ ਵਿਕਾਸ ਨਹੀਂ ਕਰਦੇ ਉਹਨਾਂ ਚਿਰ GDP ਜਾਂ ਵਿਕਾਸ ਦੀ ਦਰ ਨਹੀਂ ਹੋ ਸਕਦੀ। ਪਰ ਤੁਹਾਡੇ ਕੋਲ ਕੋਈ ਐਸੇ ਸਰਵੇਖਣਾਂ ਦੇ ਵੇਰਵੇ ਹੈਗੇ ਜਿੱਥੇ ਆਪਾਂ ਪਹਿਲਾਂ ਜ਼ਿਕਰ ਕਰਕੇ ਕਹਿ ਸਕਦੇ ਹਾਂ ਵੀ ਖੇਤੀ ਦੀ ਜ਼ਰੂਰਤ ਹੈ, ਖੇਤੀ ਦੇ ਵਿਕਾਸ ਦੀ? ਦੇਖੋ, ਅੱਜ ਅਸੀਂ ਆਪਣਾ ਜਿਹੜਾ ਅਮੀਰ ਦੇਸ਼ ਹੈਗੇ ਆ, ਜਿਹਨੂੰ ਅਸੀਂ ਰਿਚ ਕੰਟਰੀਜ਼ ਕਹਿੰਦੇ ਹੈਗੇ ਆ, ਚਾਹੇ ਅਮਰੀਕਾ ਹੋਏ, ਯੂਰਪੀਅਨ ਯੂਨੀਅਨ ਹੋਏ ਜਾਂ ਹੋਰ ਵੀ ਜਿਹੜੇ ਰਿਚ ਕੰਟਰੀਜ਼ ਹੈਗੇ ਆ, ਆਫਟਰ ਆਲ ਯੂਰਪ ਦੇ 27 ਦੇਸ਼ ਹੈਗੇ ਆ, ਸਭ ਮਿਲਾ ਕੇ ਕਰ ਲਈਏ, ਦੇਖ ਲਈਏ ਆਪਾਂ, ਤਾਂ ਉਹਨਾਂ ਦੇਸ਼ਾਂ ਵਿੱਚ ਕੀ ਹੋਇਆ? ਉਹਨਾਂ ਦੇਸ਼ਾਂ 'ਚ ਇਹ ਹੋਇਆ ਕਿ ਉਹਨਾਂ ਨੇ ਪੋਪੂਲੇਸ਼ਨ ਜਿਹੜੀ ਐਗਰੀਕਲਚਰ ਵਿੱਚ ਸੀਗੀ, ਯਾਨੀ ਜਿਹੜੇ ਲੋਕੀ ਐਗਰੀਕਲਚਰ ਵਿੱਚ ਇਨਵੋਲਵ ਸੀਗੇ, ਉਹਨਾਂ ਦੇ ਨੰਬਰ ਘਟਦੇ ਗਏ ਕਿਉਂਕਿ ਆਰਥਿਕ ਨੀਤੀਆਂ ਐਸੀ ਸੀਗੀਆਂ ਔਰ ਲੋਕੀ ਨਿਕਲ ਕੇ ਸ਼ਹਿਰਾਂ ਵਿੱਚ ਆਏ। ਹੁਣ ਅਮਰੀਕਾ ਵਿੱਚ ਦੇਖ ਲਈਏ ਤਾਂ ਅੱਜ ਜਿੰਨੀ ਵੀ ਉਹਨਾਂ ਦੀ ਜਨਸੰਖਿਆ ਹੈ, ਮੇਰੇ ਖਿਆਲ 'ਚ 32-33 ਕਰੋੜ ਦੇ ਆਸ-ਪਾਸ ਉਹਨਾਂ ਦੀ ਜਨਸੰਖਿਆ ਹੈ, ਉਹਦੇ 'ਚੋਂ ਮਾਤਰ 1.5% ਜਿਹੜਾ ਹੈਗਾ ਹੁਣ ਉਹ ਖੇਤੀ ਵਿੱਚ ਰਹਿ ਗਿਆ ਹੈਗਾ। ਤੇ ਇਹ ਸੋਚ ਕੇ ਚੱਲਣਾ ਕਿ ਲੋਕਾਂ ਨੂੰ ਜਦ ਤੱਕ ਕੱਢਾਂਗੇ ਨਹੀਂ ਖੇਤੀ ਵਿੱਚ, ਸ਼ਹਿਰਾਂ ਵਿੱਚ ਉਹ ਨਹੀਂ ਉਹਨਾਂ ਨੂੰ ਮਾਈਗ੍ਰੇਟ ਕਰਾਵਾਂਗੇ ਜਾਂ ਪਲਾਨ ਕਰਾਵਾਂਗੇ ਤਾਂ ਉਹ ਵਿਕਾਸ ਨਹੀਂ ਹੋਏਗਾ। ਲੇਕਿਨ ਔਰ ਇਹ ਵੀ ਮੰਨਿਆ ਜਾਂਦਾ ਕਿ ਜਦ ਇਹ ਹੋ ਜਾਏਗਾ, ਖੇਤੀ ਵਿੱਚ ਲੋਕੀ ਘੱਟ ਰਹਿ ਜਾਣਗੇ ਤਾਂ ਉਹਨਾਂ ਦੀ ਆਪਣੇ ਆਪ ਹੀ ਜਿਹੜੀ ਹੈਗੀ ਆ ਉਹਨਾਂ ਦੀ ਪ੍ਰਗਤੀ ਜਾਂ ਉੱਨਤੀ ਹੋ ਜਾਏਗੀ। ਲੇਕਿਨ ਅਮਰੀਕਾ ਵਿੱਚ ਤਾਂ ਨਹੀਂ ਹੋਇਆ। ਅਮਰੀਕਾ ਵਿੱਚ ਇਹ ਹਾਲ ਹੈਗਾ ਕਿ ਅੱਜ 1.5% ਜਿਹੜਾ ਹੈਗਾ, ਹੁਣ ਮੈਨੂੰ ਉਹਦਾ ਰੁਪਏ 'ਚ ਤਾਂ ਨਹੀਂ ਆਉਂਦਾ, ਲੇਕਿਨ $425 ਬਿਲੀਅਨ ਦਾ ਕਰਜ਼ਾ ਉਹਨਾਂ ਦੇ ਸਿਰ 'ਤੇ ਖੜਾ ਹੈਗਾ। ਘੱਟ ਕਿਸਾਨ ਰਹਿ ਗਏ ਹੈ ਲੇਕਿਨ ਕਰਜ਼ਾ ਉਹਨਾਂ ਦੇ ਫਿਨੋਮੀਨਲ ਉਹਨਾਂ ਦੇ ਸਿਰ 'ਤੇ ਖੜਾ ਹੈਗਾ। ਪਲੱਸ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਪਿਛਲੇ 8 ਸਾਲਾਂ ਵਿੱਚ 2013 ਤੋਂ ਦੇਖ ਲਈਏ ਤਾਂ ਉਹਨਾਂ ਦੀ ਜਿਹੜੀ ਇਨਕਮ ਹੈਗੀ ਆ, ਆਏ ਜਿਹੜੀ ਹੈਗੀ ਹੈ ਕਿਸਾਨ ਦੀ, ਉਹ ਮੀਡੀਅਨ ਇਨਕਮ ਜਿਹਨੂੰ ਕਹਿੰਦੇ, ਮਤਲਬ ਜਿਹੜੀ ਐਵਰੇਜ ਆ, ਉਹ ਨੈਗੇਟਿਵ ਵਿੱਚ ਜਾ ਰਹੀ ਹੈਗੀ ਹੈ। ਇਹ ਕਿਆ ਕਾਰਨ ਹੈ ਕਿ ਬਈ ਘੱਟ ਕਿਸਾਨ ਵੀ ਰਹਿ ਗਏ, ਉਹਨਾਂ ਦੀ ਲੈਂਡ ਹੋਲਡਿੰਗ ਜਾਂ ਖੇਤ ਦਾ ਆਕਾਰ ਵੀ ਵੱਧ ਗਿਆ ਔਰ ਉਹਦੇ ਬਾਵਜੂਦ ਵੀ ਖੇਤੀ ਦਾ ਇਹ ਸੰਕਟ ਜਿਹੜਾ ਹੈ ਗਹਿਰਾਉਂਦਾ ਗਿਆ ਹੈਗਾ। ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇ ਉਹੀ ਮਾਡਲ ਅਸੀਂ ਪੰਜਾਬ ਵਿੱਚ ਲੈ ਕੇ ਆਉਂਦੇ ਹੈਗੇ ਹਾਂ ਤਾਂ ਪੰਜਾਬ ਵਿੱਚ ਵੀ ਉਹੀ ਹੋਣਾ ਹੈਗਾ ਕਿ ਬਈ ਲੋਕੀ ਖੇਤੀ 'ਚ ਘੱਟ ਵੀ ਹੋ ਜਾਣਗੇ ਤਾਂ ਇਹ ਮਤਲਬ ਇਹ ਨਹੀਂ ਕਿ ਖੇਤੀ ਬੜੀ ਸੰਪੰਨ ਹੋ ਜਾਏਗੀ, ਖੇਤੀ 'ਚ ਬੜਾ ਲੋਕਾਂ ਨੂੰ ਪੈਸਾ ਮਿਲੇਗਾ ਜਾਂ ਉਹਨਾਂ ਦੀ ਇਨਕਮ ਜਿਹੜੀ ਹੈ ਵੱਧ ਜਾਏਗੀ। ਐਸਾ ਨਹੀਂ ਹੈ, ਕਿਉਂਕਿ ਅਮਰੀਕਾ ਵਿੱਚ ਦੇਖ ਲਈਏ, ਯੂਰਪ ਵਿੱਚ ਦੇਖ ਲਈਏ, ਆਸਟ੍ਰੇਲੀਆ ਵਿੱਚ ਦੇਖ ਲਈਏ, ਜਿਹੜੇ ਵੀ ਅਮੀਰ ਦੇਸ਼ ਹੈਗੇ ਆ, ਕਿਤੇ ਨਹੀਂ ਹੋਇਆ ਕਿ ਅਮਰੀਕਨ ਦੇ ਕਿਸਾਨ ਦੀ ਜਾਂ ਯੂਰਪੀਅਨ ਕਿਸਾਨ ਦੀ ਜਿਹੜੀ ਇਨਕਮ ਹੈ ਉਹ ਵੱਧ ਗਈ ਹੋਏ ਜਦ ਤੋਂ ਅਸੀਂ ਕਾਰਪੋਰੇਟਾਈਜੇਸ਼ਨ ਕੀਤਾ ਹੈਗਾ, ਪ੍ਰਾਈਵੇਟਾਈਜੇਸ਼ਨ ਕੀਤਾ ਹੈਗਾ, ਜਾਂ ਅਸੀਂ ਮਾਰਕੀਟ ਇਕੋਨਮੀ 'ਤੇ ਜਿਹਨੂੰ ਕਹਿੰਦੇ ਨਾ ਖੁੱਲ੍ਹਾ ਬਾਜ਼ਾਰ, ਉਹਦੇ ਸਿਰ 'ਤੇ ਕਿਸਾਨਾਂ ਨੂੰ ਛੱਡਤਾ ਹੋਏ। ਤੇ ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਔਰ ਮੈਨੂੰ ਲੱਗਦਾ ਕਿ ਕਿਸਾਨ ਜਿਹੜਾ ਹੈਗਾ ਉਹ ਜ਼ਿਆਦਾ ਸਮਝਦਾਰ ਹੈਗਾ, ਸਾਡੇ ਦੇਸ਼ ਦੇ ਜਿਹੜੇ ਮੇਨਲਾਈਨ ਇਕੋਨੋਮਿਸਟ ਹੈ ਉਹਨਾਂ ਤੋਂ ਜ਼ਿਆਦਾ ਸਮਝਦਾਰ ਹੈਗਾ। ਇਸੇ ਕਰਕੇ ਉਹ ਗਲਤ ਨੀਤੀਆਂ ਨੂੰ ਚੈਲੰਜ ਕਰ ਰਿਹਾ ਹੈਗਾ ਜਿਹੜੇ ਸਾਡੇ ਹੀ ਇਕੋਨੋਮਿਸਟ ਸਾਡੇ ਉੱਪਰ ਇੱਕ ਤਰ੍ਹਾਂ ਦਾ ਥੋਪ ਰਹੇ ਹੈਗੇ। ਜਿਵੇਂ ਤੁਸੀਂ ਅਮਰੀਕਾ ਦੀ ਉਦਾਹਰਨ ਦਿੱਤੀ, ਇਹਨੂੰ ਪੰਜਾਬ ਦੇ ਨਜ਼ਰੀਏ ਨਾਲ ਦੇਖੀ ਤਾਂ ਕਿਵੇਂ ਹੈ? ਜਿਵੇਂ ਕਿ ਆਪਾਂ 5 ਏਕੜ ਦੇ ਕਿਸਾਨ, 5 ਏਕੜ ਦੀ ਜ਼ਮੀਨ ਵਾਲੇ, ਜਦੋਂ ਘੱਟ ਵਾਲੇ ਜ਼ਮੀਨ ਵਾਲੇ ਬੜੇ, ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ, 80% ਤੋਂ ਮੇਰੇ ਹਿਸਾਬ ਨਾਲ ਜ਼ਿਆਦਾ ਹੈਗੀ ਉਹਨਾਂ ਦੀ। ਅਤੇ ਜਿਹੜਾ ਤੁਸੀਂ ਦੱਸਿਆ ਵੀ ਉੱਥੇ ਖੇਤੀ ਯਾਨੀ ਜ਼ਮੀਨ ਵੱਧ ਗਈ, ਖੇਤੀ ਕਰਨ ਵਾਲੇ ਘੱਟ ਗਏ, ਕਿਸਾਨ ਘੱਟ ਗਏ। ਇੱਥੇ ਵੀ ਉਸ ਤਰ੍ਹਾਂ ਦਾ ਜਦੋਂ ਹੋ ਜਾਂਦਾ ਤਾਂ ਉਹੀਓ ਸਮੀਕਰਨ ਨਜ਼ਰ ਆਉਣਗੇ। ਉਹੀ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਤੁਸੀਂ ਦੇਖੋ, ਹਿੰਦੁਸਤਾਨ ਵਿੱਚ 86% ਕਿਸਾਨ ਹੈਗੇ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਰਕਬਾ ਹੈਗਾ, ਜ਼ਮੀਨ ਉਹਨਾਂ ਦੀ ਖੇਤ ਦਾ ਆਕਾਰ ਉਹ ਤੋਂ ਘੱਟ ਹੈਗਾ। ਇਹ ਤਾਂ 5 ਏਕੜ ਤਾਂ ਚਲੋ ਮੈਕਸਿਮਮ ਹੋਇਆ ਨਾ, ਉਹ ਤੋਂ ਘੱਟ ਤੁਸੀਂ 2 ਏਕੜ ਵਾਲੇ ਹੈਗੇ, ਉਹ ਵੀ 60% ਤੋਂ ਜ਼ਿਆਦਾ ਕਿਸਾਨ ਹੈਗੇ ਆ। ਛੋਟੇ ਕਿਸਾਨ ਹੈਗੇ ਤਾਂ ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹਨਾਂ ਦੀ ਇਨਕਮ ਜਾਂ ਖੇਤੀ ਵਿੱਚੋਂ ਇਹਨਾਂ ਨੂੰ ਕੁਝ ਮਿਲ ਨਹੀਂ ਸਕਦਾ ਹੈਗਾ, ਲਾਭਦਾਇਕ ਨਹੀਂ ਹੋ ਸਕਦੀ ਖੇਤੀ। ਇਸ ਕਰਕੇ ਇਹਨਾਂ ਨੂੰ ਤੁਸੀਂ ਕਾਰਪੋਰੇਟ ਦੇ ਹਵਾਲੇ ਕਰ ਦਿਓ। ਕਾਰਪੋਰੇਟ ਜਿਹੜਾ ਹੈਗਾ ਇਹਨਾਂ ਨੂੰ ਪੂਲ ਕਰੇਗਾ, ਐਗਰੀਗੇਟ ਕਰੇਗਾ, ਯਾਨੀ ਜੋੜੇਗਾ ਸਭ ਨੂੰ, 15, 20, 50 ਕਿਸਾਨ ਨੂੰ ਜੋੜ ਕੇ ਰਕਬਾ बढ़ ਜਾਏਗਾ, ਹੈ ਨਾ। ਜੇ ਰਕਬਾ बढ़ ਜਾਏਗਾ ਤਾਂ ਉਹਦੀ ਬਾਰਗੇਨਿੰਗ ਪਾਵਰ बढ़ ਜਾਏਗੀ, ਮਾਰਕੀਟ ਵਿੱਚ ਜਾਏਗਾ ਤਾਂ ਬਾਜ਼ਾਰ ਵਿੱਚ ਉਹ ਕਹਿ ਸਕਦਾ ਕਿ ਵੀ ਮੇਰੇ ਕੋਲ ਇੰਨੀ ਪ੍ਰੋਡਿਊਸ ਹੈਗੀ ਤਾਂ ਇਹਦਾ ਇੰਨਾ ਮੈਂ ਦਾਮ ਦੇਵਾਂਗਾ ਜਾਂ ਇੰਨਾ ਦਾਮ ਐਕਸੈਪਟ ਕਰਾਂਗਾ। ਇਹ ਸਾਰੀ ਗੱਲਾਂ ਅਸੀਂ ਆਰਗੂਮੈਂਟ ਜਿਹੜਾ ਸਾਡੇ ਉੱਪਰ ਇੱਕ ਤਰ੍ਹਾਂ ਦਾ ਦੱਸਿਆ ਜਾਂਦਾ ਕਿ ਸਾਡੇ ਇਕੋਨੋਮਿਸਟ ਦੁਆਰਾ ਕਿ ਇਹ ਇਸ ਤਰ੍ਹਾਂ ਹੋਏਗਾ ਤਾਂ ਐਗਰੀਕਲਚਰ ਨੂੰ ਫਾਇਦਾ ਹੋਏਗਾ, ਕਿਸਾਨਾਂ ਨੂੰ ਫਾਇਦਾ ਹੋਏਗਾ। ਲੇਕਿਨ ਸੱਚਾਈ ਇਹ ਕਿ ਇਹ ਤਾਂ ਅਮਰੀਕਾ ਵਿੱਚ ਵੀ ਨਹੀਂ ਹੋਇਆ, ਇਹ ਯੂਰਪ ਵਿੱਚ ਵੀ ਨਹੀਂ ਹੋਇਆ। ਯੂਰਪ ਦੇ ਕਿਸਾਨ ਅਗਰ ਐਵਰੇਜ ਦੇਖੀਏ, ਸਾਡਾ ਅਗਰ 5 ਏਕੜ ਦਾ ਕਿਸਾਨ ਹੈ ਤਾਂ ਅਮਰੀਕਾ ਦਾ ਕਿਸਾਨ ਤਾਂ 444 ਏਕੜ ਉਹਦੀ ਰਕਬਾ ਹੁੰਦਾ ਹੈ। 444 ਏਕੜ ਤਾਂ ਉਹਦਾ ਐਵਰੇਜ ਹੈ। ਉੱਥੇ ਤਾਂ ਬਹੁਤ, ਤੁਸੀਂ ਜਾਣਦੇ ਹੋ ਕਿ ਬੜਾ ਦੇਸ਼ ਹੈ, ਉੱਥੇ ਵੀ ਬਹੁਤ ਲੰਬੇ ਖੇਤ ਹੈਗੇ ਆ ਜਾਂ ਬੜੇ ਖੇਤ ਹੈਗੇ ਆ, ਲੇਕਿਨ ਐਵਰੇਜ ਚਲੋ 444, ਉੱਥੇ 10 ਕਿਸਾਨ ਮਿਲ ਜਾਣ ਤਾਂ ਉਹਨਾਂ ਕੋਲ 4000 ਏਕੜ ਹੋ ਜਾਂਦਾ। ਤਾਂ 4000 ਏਕੜ ਨਾਲ ਤਾਂ ਉਹ ਵੀ ਮਾਰਕੀਟ ਵਿੱਚ ਜਾ ਕੇ ਮਾਰਕੀਟ ਪ੍ਰਾਈਸ ਡਿਕਟੇਟ ਕਰ ਸਕਦੇ। ਇੱਕ ਐਡ ਕਰਨੀ ਚਾਹਾਂਗਾ, ਪਿਛਲੇ 2 ਦਿਨਾਂ ਦੀ ਖਬਰ ਹੈ, ਜੇ ਤੁਸੀਂ ਕਾਰਪੋਰੇਟ ਪ੍ਰਭਾਵ ਦੀ ਗੱਲ ਕਰਦੇ ਹੋ ਜਾਂ ਜਿਹੜੇ ਸ਼ੰਕੇ ਕਿਸਾਨਾਂ ਵੱਲੋਂ ਉਠਾਏ ਜਾ ਰਹੇ ਨੇ ਕਿ 3 ਖੇਤੀ ਕਾਨੂੰਨ ਜਦੋਂ ਲਾਗੂ ਹੋ ਜਾਣਗੇ, ਇਹ ਸਵਾਲ। ਜੇ ਹਿਮਾਚਲ ਦੀ ਗੱਲ ਕਰੀਏ ਤਾਂ ਅਡਾਨੀ ਗਰੁੱਪ ਨੇ ਐਤਕੀ ਪਿਛਲੇ ਜਿਹੜੇ ਸੇਬਾਂ ਦੇ ਰੇਟ ਦੀ ਗੱਲ ਹੋਈ ਸੀਗੀ, ਉਹਦੇ ਵਿੱਚ ਕਿਸਮਾਂ ਨੇ ਸੇਬਾਂ ਦੀਆਂ, ਪਰ ਇੱਕ ਜਿਹੜੀ ਸਭ ਤੋਂ ਵਧੀਆ ਕਿਸਮ ਉਹ 'ਚ 16 ਰੁਪਏ ਘੱਟ ਰੇਟ ਤੈਅ ਕਰ ਦਿੱਤਾ।
ਤੇ ਫਿਰ ਕਾਰਪੋਰੇਟ ਤੈਅ ਕਰਿਆ ਕਰੇਗਾ। ਇਹੀ ਤਾਂ ਕਿਸਾਨ ਕਹਿ ਰਹੇ ਹੈਗੇ। ਦੇਖੋ ਸਮਝਣਾ ਜ਼ਰੂਰੀ ਹੈ, ਸਾਡੇ ਆਮ ਜਨਤਾ ਨੂੰ ਸਮਝਣਾ ਜ਼ਰੂਰੀ ਹੈ। ਅਸੀਂ ਲੋਕੀ ਸੋਚਦੇ ਹਾਂ ਕਿਸਾਨ ਬੇਵਕੂਫ ਹੈਗਾ, ਕਿਸਾਨ ਅਨਪੜ੍ਹ ਹੈਗਾ, ਉਹਨੂੰ ਸਮਝ ਨਹੀਂ ਆਉਂਦਾ। ਕਿਸਾਨ ਜਿਹੜੀ ਗੱਲ ਕਰ ਰਿਹਾ ਉਹ ਅੱਗੇ ਦੇਖ ਕੇ ਗੱਲ ਕਰ ਰਿਹਾ, ਉਹਨੂੰ ਪਿੱਛੇ ਜਿਹੜਾ ਆਪਣਾ ਐਕਸਪੀਰੀਅੰਸ ਹੈ ਉਹਨੂੰ ਜਾਣਦੇ ਹੋਏ ਉਹ ਅਗਲੀ ਜਿਹੜਾ ਆਉਣ ਵਾਲਾ ਸਮੇਂ ਹੈ ਉਹਦੇ ਵਾਸਤੇ ਉਹਨੂੰ ਅਲਰਟ ਕਰ ਰਿਹਾ। ਉਹਨੇ ਜੋ ਕਿਹਾ ਹੈਗਾ ਉਹੀ ਹੈ ਕਿ ਇੱਕ ਕੰਪਨੀ ਨੇ ਹਿਮਾਚਲ ਪ੍ਰਦੇਸ਼ ਵਿੱਚ ਐਪਲ ਦਾ ਜਿਹੜਾ ਉਹ ਬਹੁਤ ਬੜਾ ਉਹਨਾਂ ਦਾ ਵਪਾਰ ਹੈਗਾ, ਉਹਨਾਂ ਨੇ ਐਪਲ ਲਏ ਔਰ ਉਹਨਾਂ 16 ਰੁਪਏ ਇਸ ਸਾਲ ਉਹਨਾਂ ਨੇ ਕਿਸਾਨਾਂ ਨੂੰ ਘੱਟ ਦਿੱਤੇ ਹੈਗੇ ਐਜ਼ ਏ ਪ੍ਰਾਈਸ, 16 ਰੁਪਏ ਪਰ ਕਿਲੋ। ਯਾਨੀ ਪਿਛਲੇ ਸਾਲ ਅਗਰ 88 ਰੁਪਏ ਪ੍ਰੀਮੀਅਮ ਕੁਆਲਿਟੀ ਜਿਹੜਾ ਐਪਲ ਹੈਗਾ ਉਹਦਾ ਕੀਮਤ ਸੀਗੀ, ਤਾਂ ਇਸ ਵਾਰੀ 72 ਰੁਪਏ ਉਹਨਾਂ ਨੇ ਕਿਸਾਨਾਂ ਨੂੰ ਦਿੱਤੇ ਹੈਗੇ। ਤਾਂ ਤੁਸੀਂ ਮੈਨੂੰ ਦੱਸੋ ਕਿ ਕਿਹੜੀ ਕਮਿਊਨਿਟੀ ਹੈਗੀ ਹੈ ਆਪਣੇ ਸਮਾਜ ਵਿੱਚ ਜਿਨ੍ਹਾਂ ਨੂੰ ਇਨਕਮ ਘੱਟ ਮਿਲਦੀ ਹੈਗੀ ਹੈ? ਕਿਹੜੀ ਕਮਿਊਨਿਟੀ ਹੈਗੀ ਹੈ? ਕਈ ਤੂੰ ਸੁਣਿਆ ਕਦੀ ਕਾਰਾਂ ਦੇ ਪ੍ਰਾਈਸ ਘਟ ਜਾਣ ਸਾਲ ਬਾਈ ਸਾਲ? ਕਦੀ ਹੋਇਆ ਇਸ ਤਰ੍ਹਾਂ? ਕਦੀ ਮੋਟਰਸਾਈਕਲ ਦੇ ਪ੍ਰਾਈਸ ਘਟੇ ਹੈ? ਕਿਸ ਚੀਜ਼ ਦੇ ਘਟੇ ਹੈ? ਤੁਹਾਡਾ ਟੂਥਪੇਸਟ, ਸਾਬੁਨ ਹੈ, ਇਹਦੇ ਪ੍ਰਾਈਸ ਨਹੀਂ ਘਟਦੇ, ਹਰ ਸਾਲ ਵਧਦੇ ਹੈਗੇ ਹੈ। ਫਿਰ ਖੇਤੀ ਦੇ ਜਿਹੜੇ ਪ੍ਰਾਈਸ ਹੈਗੇ ਜਾਂ ਕਿਸਾਨਾਂ ਦੇ ਜਿਹੜੇ ਕੀਮਤਾਂ ਹੈਗੀਆਂ ਉਹ ਕਿਉਂ ਘਟਦੀਆਂ ਹੈਗੀਆਂ? ਔਰ ਜਦ ਕਾਰਪੋਰੇਟ ਦਾ ਕੰਟਰੋਲ ਹੋਰ ਆਏਗਾ, ਮੇਰਾ ਮੰਨਣਾ ਹੈ ਕਿ ਉਹ ਜਦੋਂ ਡੋਮੀਨੇਟ ਪੋਜੀਸ਼ਨ 'ਚ ਆ ਜਾਣਗੇ, ਜਦ ਉਹਨਾਂ ਕੋਲ ਆਪਣੇ ਇੱਕ ਜਿਹਨੂੰ ਕਹਿੰਦੇ ਨਾ ਕੰਸਨਟ੍ਰੇਸ਼ਨ ਜਾਂ ਮੋਨੋਪੋਲੀ ਦੀ ਗੱਲ ਹੋ ਜਾਏਗੀ, ਤਾਂ ਉਹ ਆਪਣੀ ਮਨਮਰਜ਼ੀ ਨਾਲ ਕਿਸਾਨਾਂ ਨੂੰ ਆਪਣੇ ਦਾਮ ਦੇਣਗੇ। ਔਰ ਇਸੇ ਕਰਕੇ ਕਿਸਾਨ ਜਿਹੜੇ ਹੈਗੇ ਆ ਅੱਜ ਉਤੇਜਿਤ ਹੈਗੇ ਆ ਔਰ ਉਹਨਾਂ ਦਾ ਰੋਸ਼ ਜਿਹੜਾ ਹੈਗਾ ਸਾਨੂੰ ਨਜ਼ਰ ਆ ਰਿਹਾ। ਕਿਸਾਨ ਮੰਗ ਕਰ ਰਿਹਾ MSP ਦੀ, ਉਹਦੇ 'ਚ ਸਰਕਾਰ ਦਾ ਇੱਕ ਦਲੀਲ ਹੈ ਕਿ ਇਹਦੀ ਰਕਮ ਬੜੀ ਵੱਡੀ ਹੋ ਜਾਏਗੀ, ਉਹ ਬਜਟ 'ਤੇ ਅਸਰ ਪਾਏਗੀ, ਨਹੀਂ ਹੋਏਗੀ। ਦੂਸਰਾ ਇਹ ਹੈ ਕਿ ਜਿਵੇਂ ਤੁਸੀਂ ਹੁਣ ਕਾਰਾਂ ਦੀ ਗੱਲ ਕੀਤੀ, ਹੋਰ ਪ੍ਰੋਡਕਟਾਂ ਦੀ ਗੱਲ ਕੀਤੀ, ਉਹਦੇ ਵਿੱਚ ਕੀ ਹੁੰਦਾ ਕਿ ਪ੍ਰੋਡਿਊਸਰ ਤੈਅ ਕਰਦਾ ਕੀਮਤ। ਵੱਖਰੀ ਗੱਲ ਹੈ ਵੀ ਸਰਕਾਰ ਦੇ ਕੁਝ ਅਦਾਰੇ ਨੇ ਉਹ ਰੈਗੂਲੇਟ ਕਰਨ ਵਾਸਤੇ ਕੀਮਤ ਵਾਸਤੇ ਹੈਗੇ ਨੇ, ਪਰ ਉਹ ਜਦੋਂ ਪ੍ਰੋਡਿਊਸਰ ਤੈਅ ਕਰਦਾ, ਕਿਸਾਨ ਪ੍ਰੋਡਿਊਸਰ ਹੈ, ਉਹ ਕਿਉਂ ਨਹੀਂ ਤੈਅ ਕਰ ਸਕਦਾ? ਇਹੀ ਤਾਂ ਗੱਲ ਇੰਪੋਰਟੈਂਟ ਸਮਝਣ ਵਾਲੀ, ਔਰ ਮੇਰਾ ਇਸ ਗੱਲ 'ਤੇ ਬਹੁਤ ਫੋਕਸ ਰਹਿੰਦਾ ਲੋਕਾਂ ਨੂੰ ਸਮਝਾਉਣ ਵਾਸਤੇ ਵੀ ਕਿ ਦੇਖੋ, ਜਦ ਅਸੀਂ ਕੋਈ ਐਗਜ਼ਾਮਪਲ ਲੈ ਲਓ, ਕਾਰ ਹੈ, ਕਾਰ ਜਦ ਮਾਰਕੀਟ ਵਿੱਚ ਆਉਂਦੀ ਹੈ ਤਾਂ ਉਹਦਾ ਪ੍ਰਾਈਸ ਟੈਗ ਲੱਗਿਆ ਹੁੰਦਾ ਹੈ, ਚਾਹੇ ਉਹ ਤੁਹਾਡੇ ਪੂਰੇ ਪੇਜ ਦੇ ਅਖਬਾਰਾਂ ਵਿੱਚ ਐਡਵਰਟੀਜ਼ਮੈਂਟ ਆਏ, ਜੋ ਵੀ ਆਏ, ਲੇਕਿਨ ਉਹਦੇ ਵਿੱਚ ਲਿਖਿਆ ਹੁੰਦਾ ਕਿ ਵੀ ਇਸ ਕਾਰ ਦੀ ਕੀਮਤ ਇੰਨੀ ਹੈ। ਕੋਈ 2 ਕਰੋੜ ਦੀ ਹੈ, ਕੋਈ 20 ਲੱਖ ਦੀ ਹੈ, ਕੋਈ 40 ਲੱਖ ਦੀ ਹੈ, ਇਹ ਆਪਾਂ ਜਾਣਦੇ ਹਾਂ। ਕਦੀ ਇਸ ਤਰ੍ਹਾਂ ਹੋਇਆ ਕਿ ਵੀ ਤੁਸੀਂ ਸ਼ੋਰੂਮ ਵਿੱਚ ਜਾਓ ਔਰ ਤੁਹਾਡਾ ਕਾਰ ਖੜੀ ਹੈ, ਉਹਦੇ ਤੁਹਾਨੂੰ ਬੋਲਣ ਜੀ ਹਾਂ ਤੁਸੀਂ ਦੱਸੋ ਕਿੰਨਾ ਪੈਸੇ ਦੇਣੇ ਆ? ਕਦੀ ਹੋਇਆ ਇਸ ਤਰ੍ਹਾਂ? ਫਿਰ ਜਦ ਇਹ ਕਾਰ ਹੋਏ ਆਪਣੇ ਜਿਹਨੂੰ ਫਾਸਟ ਮੂਵਿੰਗ ਕਮੋਡਿਟੀ ਪ੍ਰੋਡਕਟਸ ਹੁੰਦੇ, ਕੰਜ਼ਿਊਮਰ ਪ੍ਰੋਡਕਟਸ ਹੁੰਦੇ, FMCG ਪ੍ਰੋਡਕਟਸ, ਉਹ ਹੋਣ, ਮੇਰਾ ਮਤਲਬ ਹੈ ਕਿ ਸਾਬੁਨ ਤੇਲ ਜਾਂ ਸ਼ੈਂਪੂ ਵਗੈਰਾ ਹੋਣ, ਸਭ ਦਾ ਪ੍ਰਾਈਸ ਲੱਗਿਆ ਹੁੰਦਾ ਹੈ। ਹਾਂਜੀ, क्या सिर्फ एक खेती ਨੂੰ ਛੱਡਦੀ ਹੈ? ਐਗਰੀਕਲਚਰ ਦੇ ਪ੍ਰੋਡਕਟਸ ਐਸੇ ਆ ਜਿਨ੍ਹਾਂ ਦਾ ਉੱਪਰ ਪ੍ਰਾਈਸ ਟੈਗ ਨਹੀਂ ਲੱਗਿਆ ਹੁੰਦਾ। ਜਦੋਂ ਪ੍ਰਾਈਸ ਟੈਗ ਨਹੀਂ ਲਿਖਿਆ ਤਾਂ ਉਹਨੂੰ ਸਭ ਐਕਸਪਲੋਇਟ ਕਰਨਾ ਚਾਹੁੰਦੇ ਹੈਗੇ, ਔਰ ਇਹੀ ਗੱਲ ਸਾਨੂੰ ਸਮਝਣੀ ਹੈਗੀ। ਕੰਜ਼ਿਊਮਰ ਨੂੰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਤੱਕ ਕੰਜ਼ਿਊਮਰ ਨੂੰ ਸ਼ਾਇਦ ਇਹ ਸਮਝ ਨਹੀਂ ਆਉਂਦਾ, ਉਪਭੋਗਤਾ ਜਿਹੜਾ ਜਰਨਲ ਹੈਗਾ ਉਹਨੂੰ ਅੱਜ ਤੱਕ ਸ਼ਾਇਦ ਇਹ ਅਹਿਸਾਸ ਨਹੀਂ ਹੈ। ਉਹਨੂੰ ਲੱਗਦਾ ਕਿ ਅਸੀਂ ਜਿਹੜੇ ਅਸੀਂ ਉਪਭੋਗਤਾ ਹੈਗੇ ਆ ਜਾਂ ਕੰਜ਼ਿਊਮਰ ਹੈਗੇ ਆ, ਅਸੀਂ ਕਿਸਾਨ ਨੂੰ ਸਪੋਰਟ ਕਰਦੇ ਹਾਂ, ਉਹਦਾ ਭਲਾ ਕਰਦੇ ਹੈ, ਉਹਨੂੰ ਅਸੀਂ ਇੱਕ ਤਰ੍ਹਾਂ ਦਾ ਸਬਸਿਡਾਈਜ਼ ਕਰਦੇ ਹਾਂ। ਲੇਕਿਨ ਸੱਚਾਈ ਇਹ ਹੈ ਕਿ ਐਕਚੁਅਲੀ ਜਿਹੜਾ ਕਿਸਾਨ ਹੈ ਉਹ ਸਾਰੇ ਦੇਸ਼ ਨੂੰ ਸਬਸਿਡਾਈਜ਼ ਕਰਦਾ। ਹੁਣ ਮੈਂ ਤੁਹਾਨੂੰ ਸਮਝਾਉਣਾ ਚਾਹਾਂਗਾ ਇੱਕ ਗੱਲ ਮੈਂ ਕਿਉਂ ਕਰ ਰਿਹਾ ਹੈਗਾ। ਇੱਕ ਨਾ OECD ਇੱਕ ਗਰੁੱਪ ਹੈਗਾ, OECD ਹੈ ਆਰਗੇਨਾਈਜੇਸ਼ਨ ਫॉर ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ, ਜਿਹੜਾ ਦੁਨੀਆ ਦੇ ਜਿਹੜੇ ਅਮੀਰ ਦੇਸ਼ ਹੈਗੇ, ਸਭ ਤੋਂ ਰਿਚੈਸਟ ਟ੍ਰੇਡਿੰਗ ਬਲੌਕ ਜਿਹੜਾ ਹੈਗਾ, ਜਿਹਦੇ ਵਿੱਚ 37 ਮੁਲਕ ਹੈਗੇ, ਉਹਨਾਂ ਦਾ ਜਿਹੜਾ ਬਲੌਕ ਹੈ ਉਹਨੂੰ OECD ਕਹਿੰਦੇ ਹੈਗੇ। ਉਹਨਾਂ ਨੇ ਇੱਕ ਸਟੱਡੀ ਕੀਤੀ, ਦਿੱਲੀ ਦਾ ਇੱਕ ਇੰਸਟੀਚਿਊਟ ਹੈਗਾ ਇਕਰੀਅਰ, ਉਹਨਾਂ ਨੇ ਮਿਲ ਕੇ ਇੱਕ ਸਟੱਡੀ ਕੀਤੀ। ਉਹ ਕਹਿੰਦਾ ਕਿ 2000 ਔਰ 2016 ਦੇ ਵਿੱਚ, ਯਾਨੀ 16 ਸਾਲ ਦੇ ਪੀਰੀਅਡ ਵਿੱਚ ਭਾਰਤ ਦੇ ਕਿਸਾਨਾਂ ਨੂੰ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਜੀ। ਇਹ ਜਿਹੜਾ 45 ਲੱਖ ਕਰੋੜ ਰੁਪਏ ਨੁਕਸਾਨ, ਉਹ ਕਹਿੰਦੇ ਹੈਗੇ, ਮੇਰਾ ਮੰਨਣਾ ਹੈ ਕਿ ਇਹ ਹਲੇ ਅੰਡਰਸਟੇਟਮੈਂਟ ਹੈਗੀ ਹੈ, ਇਹ ਘੱਟ ਦੱਸਿਆ ਗਿਆ, ਕਿਉਂਕਿ ਉਹਨਾਂ ਨੇ ਕੁਝ ਫਸਲਾਂ ਤੇ ਐਨਾਲਿਸਿਸ ਕੀਤਾ, ਫਿਰ ਉਹਨਾਂ ਨੂੰ ਨਾ ਸਾਰੇ ਦੇਸ਼ ਦੇ ਪਰਿਪੇਖ ਵਿੱਚ ਪਾਤਾ। ਲੇਕਿਨ ਅਗਰ ਅਸੀਂ ਸਾਰਾ ਜਿਹੜਾ ਸਪੈਕਟਰਮ ਹੈ ਐਗਰੀਕਲਚਰ ਦਾ ਉਹਦੇ ਉੱਪਰ ਅਧਿਐਨ ਕਰਦੇ ਔਰ ਫਿਰ ਐਸਟੀਮੇਟ ਕਰਦੇ ਕਿ ਕਿਸਾਨਾਂ ਨੂੰ ਕਿੰਨਾ ਲਾਸ ਹੋਇਆ, ਤਾਂ ਸ਼ਾਇਦ ਇਹ ਤੋਂ ਵੀ ਬਹੁਤ ਜ਼ਿਆਦਾ ਲਾਸ ਹੋਣਾ ਸੀਗਾ। ਪਰ ਚਲੋ ਘੱਟ ਤੋਂ ਘੱਟ ਤੁਹਾਨੂੰ ਇੱਕ ਆਈਡੀਆ ਮਿਲ ਜਾਂਦਾ ਹੈ ਕੰਜ਼ਿਊਮਰ ਨੂੰ ਜਾਂ ਉਪਭੋਗਤਾ ਨੂੰ ਕਿ ਕਿਸਾਨਾਂ ਨੂੰ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ 16 ਸਾਲ ਵਿੱਚ, ਔਰ ਜਿਹੜਾ ਮਤਲਬ ਹੈ ਕਿ ਤਕਰੀਬਨ 2.5 ਲੱਖ ਕਰੋੜ ਤੋਂ ਹਰ ਸਾਲ ਨੁਕਸਾਨ ਜ਼ਿਆਦਾ ਕਿਸਾਨ ਨੂੰ ਸਹਿਣਾ ਪਿਆ। ਇੰਟਰਸਟਿੰਗ ਗੱਲ ਇਹ ਹੈ ਕਿ ਹਾਲਾਂਕਿ ਉਹਦੇ ਵਿੱਚ ਵੀ ਸਮਝਣ ਦੀ ਜ਼ਰੂਰਤ ਹੈ ਕਿ ਜੋ ਉਹ ਜਿਸ ਪ੍ਰਾਈਸ ਨਾਲ ਕੰਪੇਅਰ ਕਰਦੇ ਹੈ ਉਹ ਆਲਰੇਡੀ ਸਬਸਿਡੀਜ਼ ਨਾਲ ਥੱਲੇ ਚਲ ਜਾਂਦਾ ਜਾਂ ਗਿਰ ਜਾਂਦਾ ਹੈਗਾ, ਜਿਹਨੂੰ ਅਸੀਂ ਇੰਟਰਨੈਸ਼ਨਲ ਪ੍ਰਾਈਸ ਕਹਿੰਦੇ ਹੈ। ਅਸੀਂ ਉਹਦੇ ਨਾਲ ਕੰਪੇਅਰ ਕਰ ਰਹੇ ਹਾਂ। ਚਲੋ ਉਹ ਵੀ ਕੰਪੈਰੀਜ਼ਨ ਦੇਖ ਲਓ। ਉਹ ਕਹਿੰਦਾ ਕਿ ਕਿਸਾਨਾਂ ਨੂੰ 15% ਕੀਮਤਾਂ ਘੱਟ ਮਿਲੀਆਂ ਔਰ ਜਿਹੜਾ ਉਪਭੋਗਤਾ ਹੈ ਉਹਨੂੰ 25% ਫਾਇਦਾ ਹੋਇਆ ਜੀ। ਇਹ ਮਤਲਬ ਸਾਫ਼ ਹੋ ਗਿਆ ਕਿ ਕਿਸਾਨ ਤੁਹਾਨੂੰ ਸਬਸਿਡਾਈਜ਼ ਕਰ ਰਿਹਾ ਸੀਗਾ। ਇਹ ਜਿਹੜਾ ਆਮ ਉਪਭੋਗਤਾ ਹੈ ਨਾ, ਜਿਹਨੂੰ ਲੱਗਦਾ ਹੈ ਕਿ ਬਈ ਅਸਾਂ ਬਹੁਤ ਮਹਿੰਗੇ ਕੀਮਤਾਂ ਦਿੰਦੇ ਹਾਂ ਕਿਸਾਨਾਂ ਨੂੰ, ਨਹੀਂ,
ਤੁਸੀਂ ਜੋ ਦੇ ਰਹੇ ਹੋ ਕੁਝ ਵੀ ਨਹੀਂ ਹੈਗਾ। ਤੁਸੀਂ ਦੇਖ ਲਓ ਤੁਹਾਡੇ ਸਾਹਮਣੇ 25% ਉਹਨਾਂ ਨੇ ਕਹਿਤਾ ਤੁਹਾਨੂੰ ਫਾਇਦਾ ਹੋਇਆ, ਕਿਸਾਨ ਨੇ ਆਪਣਾ ਪੇਟ ਕੱਟਿਆ, ਉਹਨੂੰ 15% ਲਾਸ ਹੋਇਆ, ਤੁਹਾਨੂੰ 25% ਫਾਇਦਾ ਹੋ ਗਿਆ। ਤਾਂ ਕਿਉਂ ਨਹੀਂ ਕਿ ਉਪਭੋਗਤਾ ਅੱਜ ਕਿਸਾਨ ਨਾਲ ਖੜਾ ਹੁੰਦਾ ਹੈ, ਜਿਹਨੇ ਤੁਹਾਨੂੰ ਫੀਡ ਕੀਤਾ ਹੈ, ਜਿਹਨੇ ਤੁਹਾਡੀ ਥਾਲੀ ਵਿੱਚ ਫੂਡ ਪਰੋਸਿਆ ਹੈਗਾ ਜਾਂ ਅਨਾਜ ਪਰੋਸਿਆ ਹੈਗਾ, ਖਾਦਿਆਨ ਪਰੋਸੇ ਹੈਗੇ, ਭੋਜਨ ਪਰੋਸਿਆ ਹੈਗਾ, ਉਹਨਾਂ ਨਾਲ ਤੁਸੀਂ ਅੱਜ ਕਿਉਂ ਨਹੀਂ ਖੜੇ ਹੁੰਦੇ? ਚਲੋ ਥੋੜਾ ਦਰਸ਼ਕਾਂ ਨਾਲ ਥੋੜਾ ਜਿਹਾ ਯਾਨੀ ਕਿ ਖੋਲ ਕੇ ਦੱਸੋ ਕਿ ਜਿਹਨੇ 25% ਤੁਸੀਂ ਦੱਸਿਆ ਵੀ ਯਾਨੀ ਕਿ ਸਬਸਿਡਾਈਜ਼ ਕੀਤਾ ਕਿਸਾਨ ਨੇ, ਉਹ ਕਿਸ ਤਰ੍ਹਾਂ, ਥੋੜਾ ਜਿਹਾ ਉਦਾਹਰਨ ਨਾਲ ਸਮਝਾਓ, ਥੋੜਾ ਨਹੀਂ, ਉਹ ਤਾਂ ਉਹਨਾਂ ਨੇ ਬੜਾ ਸਿੰਪਲ ਤਰੀਕਾ ਦੇਖਿਆ ਨਾ ਕਿ ਦੇਖੋ ਜਿਹੜਾ ਪ੍ਰਾਈਸ ਮਿਲਣਾ ਚਾਹੀਦਾ ਸੀ ਕੰਜ਼ਿਊਮਰ ਨੂੰ, ਉਹ 25% ਉਹਨੂੰ ਫਾਇਦਾ ਹੋ ਗਿਆ ਕਿਉਂਕਿ ਕਿਸਾਨ ਦਾ ਪ੍ਰਾਈਸ ਉਹਨੂੰ ਘੱਟ ਮਿਲਿਆ ਹੈਗਾ। ਇਹ ਤਾਂ ਉਹ ਸਾਫ਼ ਨਜ਼ਰ ਆ ਜਾਂਦਾ ਨਾ ਕਿ ਤੁਹਾਨੂੰ ਪ੍ਰਾਈਸ ਮਿਲਣਾ ਕੀ ਸੀਗਾ, ਪ੍ਰਾਈਸ ਕੀ ਤੁਹਾਨੂੰ ਮਿਲਿਆ ਹੈਗਾ, ਜਾਂ ਆਪਾਂ ਉਹਨੂੰ ਜੋੜਦੇ ਹੈਗੇ ਤਾਂ ਤੁਹਾਨੂੰ ਇਹ ਨਜ਼ਰ ਆ ਜਾਂਦਾ ਹੈਗਾ। ਪਰ ਇਹਦੇ ਨਾਲ ਤੁਹਾਨੂੰ ਇੱਕ ਆਈਡੀਆ ਹੋ ਜਾਂਦਾ ਕਿ ਬਈ ਕਿਸਾਨ ਨੇ ਆਪਣੇ ਆਪ 15% ਘੱਟ ਲਿਆ ਜਾਂ ਉਹਨੂੰ ਘੱਟ ਦਾਮ ਮਿਲਿਆ। ਅੱਛਾ, ਯਾਨੀ ਜਿਹੜਾ ਘੱਟ ਲਿਆ ਉਹ ਉਹਦੇ ਫਾਇਦੇ 'ਚ ਆ ਜਾਂਦਾ, ਲੇਕਿਨ ਕੰਜ਼ਿਊਮਰ ਨੂੰ ਜਾਂ ਉਪਭੋਗਤਾ ਨੂੰ ਫਾਇਦਾ ਹੋ ਗਿਆ 25% ਦਾ। ਤਾਂ ਇਹਦਾ ਮਤਲਬ ਇਹ ਹੋਇਆ ਹੈ ਨਾ ਕਿ ਉਹਨੂੰ ਤਾਂ ਘੱਟ ਕੀਮਤਾਂ ਦੇਣੀ ਪਈਆਂ ਨਾ ਕੰਜ਼ਿਊਮਰ ਨੂੰ। ਤਾਂ ਇਹਦਾ ਮਤਲਬ ਇਹ ਹੋਇਆ ਕਿ ਸਬਸਿਡਾਈਜ਼ ਕਿਉਂ ਕੀਤਾ? ਫਿਰ ਕੰਜ਼ਿਊਮਰ ਨੂੰ ਸਬਸਿਡਾਈਜ਼ ਤੇ ਪ੍ਰੋਡਿਊਸਰ ਨੇ ਕੀਤਾ ਨਾ। ਕਿਤੇ ਨਾ ਕਿਤੇ ਖਪਤਕਾਰ ਦੇ ਵਿੱਚ ਇੱਕ ਇਹ ਡਰ ਪੈਦਾ ਹੋ ਜਾਂਦਾ, ਜਿਵੇਂ ਤੁਹਾਡੀ ਗੱਲ ਨਾਲ ਜੋੜਦਾ ਮੈਂ, ਕਿ ਜੇ ਇਹ ਕੀਮਤਾਂ ਵੱਧ ਜਾਂਦੀਆਂ, ਆਮਦਨ ਦਾ ਸਤਰ ਵੱਧ ਨਹੀਂ ਰਿਹਾ, ਤੇ ਫਿਰ ਖਪਤਕਾਰ ਨੂੰ ਕਿਤੇ ਨਾ ਕਿਤੇ ਕੰਜ਼ਿਊਮਰ ਨੂੰ, ਭੁਗਤਾਂ ਨੂੰ ਇਹ ਨੁਕਸਾਨ, ਉਹ ਇਸ ਕਰਕੇ ਨੁਕਸਾਨ ਮੰਨਦਾ ਕਿਉਂਕਿ ਆਮਦਨ ਨਹੀਂ ਨਾ ਵੱਧ ਰਹੀ ਉਹਦੀ। ਮੈਂ ਮੰਨਦਾ ਜੀ ਕਿ ਉਹ ਆਮਦਨੀ ਨਹੀਂ ਵੱਧ ਰਹੀ ਹੈ, ਤਾਂ ਉਹ ਸਾਰੇ ਨਾਲ ਨਹੀਂ ਵੱਧ ਰਹੀ ਹੈਗੀ। ਔਰ ਸਾਰੇ ਪੀਰੀਅਡ ਵਿੱਚ ਦੇਖ ਲਿਆ ਆਪਾਂ, ਹੁਣ ਪਿਛਲੇ 2 ਸਾਲ ਹੋ ਗਏ ਆ ਸਾਡੇ ਜਿਹੜੇ ਪੈਟਰੋਲ ਦੀ ਕੀਮਤਾਂ ਜਿਸ ਤਰੀਕੇ ਨਾਲ ਬੜੀਆਂ ਹੈਗੀਆਂ, ਤਾਂ ਉਪਭੋਗਤਾ ਨਹੀਂ ਬੋਲਿਆ। ਜੇ ਇੰਨਾ ਹੀ ਉਪਭੋਗਤਾ ਨੂੰ ਫਿਕਰ ਹੈਗਾ ਕਿ ਬਈ ਉਹਦੇ ਜਿਹੜਾ ਮੰਥਲੀ ਬਜਟ ਤੇ ਫਰਕ ਪੈਂਦਾ ਹੈ, ਤਾਂ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਕੰਜ਼ਿਊਮਰ ਕਿਉਂ ਚੁੱਪ ਹੈਗਾ। ਬਿਲਕੁਲ ਨਹੀਂ ਬੋਲਿਆ। ਤੁਸੀਂ ਕਿਤੇ ਦੇਖਿਆ ਦੇਸ਼ ਵਿੱਚ ਕਿਤੇ ਚਰਚਾ ਹੋਈ ਹੋਏ, ਭਾਂਡੇ ਛਿੜਕਾਏ ਹੋਣ ਜਾਂ ਕਿਤੇ ਮੋਟਰਸਾਈਕਲ ਦੀ ਰੈਲੀ ਹੋਈ ਹੋਏ ਕਿ ਸਾਡੀ ਜਿਹੜੀ ਪ੍ਰਾਈਸਿਸ ਹੈਗੇ ਪੈਟਰੋਲ ਦੇ ਜਿਸ ਤਰ੍ਹਾਂ ਵੱਧ ਰਹੇ ਹੈਗੇ, ਕਦੀ ਨਹੀਂ ਕਿਸੇ ਨੇ ਕਿਹਾ। ਚਲੋ ਕਹਿਣ ਦਾ ਮਤਲਬ ਜਿਹੜਾ ਉਪਭੋਗਤਾ ਦੀ ਚੁੱਪ ਹੈ, ਕਿਤੇ ਕਿ ਉਹਦੀ ਬਰਦਾਸ਼ਤ ਕਰਨ ਦੀ ਹੱਦ ਆ ਜਾਂ ਉਹਦੀ ਆਮਦਨ ਨੂੰ ਦੱਸ ਰਹੀ ਹੈ ਵੀ ਕੋਈ ਗੱਲ ਨਹੀਂ? ਨਹੀਂ, ਬਰਦਾਸ਼ਤ ਕਰਨ ਦੀ ਤਾਂ ਕੈਪੈਸਿਟੀ ਉਹਦੀ ਅਗਰ ਨਹੀਂ ਹੁੰਦੀ ਤਾਂ ਉਹਨੇ ਕਿਤੇ ਹੰਗਾਮਾ ਕਰਨਾ ਸੀ। ਮਤਲਬ ਹੈ ਕਿ ਤੁਸੀਂ ਮਜਬੂਰੀ ਜਿਹੜੀ ਤੁਹਾਡੀ ਹੈਗੀ ਆ ਉਹ ਦਰਸਾਉਂਦੀ ਹੈ, ਤੁਸੀਂ ਨਹੀਂ ਬੋਲਣਾ ਚਾਹੁੰਦੇ, ਹਾਲਾਤ ਜੋ ਵੀ ਹੋ ਸਕਦੇ ਆ। ਲੇਕਿਨ ਮੈਂ ਕਹਿਣਾ ਚਾਹੁੰਦਾ ਜੇ ਤੁਹਾਨੂੰ ਟਮਾਟਰ ਦਾ ਭਾਅ ਅਗਰ 5 ਰੁਪਏ ਤੋਂ 10 ਰੁਪਏ ਜਾਂ 10 ਰੁਪਏ ਤੋਂ 20 ਰੁਪਏ ਹੋ ਜਾਂਦਾ ਤਾਂ ਤੁਸੀਂ ਹੰਗਾਮਾ ਕਰਦੇ ਹੋ ਕਿ ਸਭ ਹਾਏ ਸਾਡੇ ਰਸੋਈ ਦਾ ਕੀ ਹੋਏਗਾ। ਇਹ ਮੈਂ ਦੇਖਦਾ ਚਾਹੇ ਪਿਆਜ਼ ਦੇ ਭਾਅ ਹੋਣ, ਚਾਹੇ ਐਡੀਬਲ ਆਇਲਸ ਦੇ ਭਾਅ ਹੋਣ, ਤਾਂ ਹੰਗਾਮਾ ਹੁੰਦਾ। ਪੈਟਰੋਲ ਦਾ ਜਿਹੜਾ ਤੁਸੀਂ ਪ੍ਰਾਈਸਿਸ ਜਿੰਨੇ ਬੜੇ ਹੈਗੇ ਆ, ਸਭ ਦਾ ਬਜਟ ਖਰਾਬ ਹੋਇਆ ਉਹਦੇ ਨਾਲ। ਕੋਈ ਬੋਲਿਆ, ਕਿਸੇ ਦੀ ਹਿੰਮਤ ਹੋਈ ਹੈ ਬੋਲਣ ਦੀ? ਚਲੋ ਇਹ ਕੰਜ਼ਿਊਮਰ ਤਾਂ ਬੋਲਣਾ ਛੱਡ ਦੇ। ਮੈਂ ਇਸ ਕਰਕੇ ਬੋਲ ਰਿਹਾ ਕਿ ਭਾਈ ਪ੍ਰਾਈਸਿਸ ਵੱਧਦੇ ਆ ਤਾਂ ਸਾਡੇ ਤੋਂ ਮਾਰ ਪੈਂਦੀ, ਤੇ ਜੇ ਵੱਧਦੇ ਹੁੰਦੇ ਤਾਂ ਜੇ ਮਾਰ ਪੈਂਦੀ ਹੁੰਦੀ ਤਾਂ ਤੁਹਾਨੂੰ ਪੈਟਰੋਲ ਪ੍ਰਾਈਸਿਸ ਤੇ ਵੀ ਖੜਾ ਹੋਣਾ ਚਾਹੀਦਾ। ਜਾਂ ਤੁਹਾਡੇ ਗੈਸ ਦੇ ਪ੍ਰਾਈਸਿਸ ਬੜੇ ਹੈਗੇ, ਕੋਈ ਬੋਲਿਆ ਕੰਜ਼ਿਊਮਰ? ਮੈਨੂੰ ਦੱਸੋ। ਚਲੋ ਉਹ ਤਾਂ ਠੀਕ ਹੈ, ਤੁਹਾਡਾ ਇੱਕ ਸਵਾਲ ਹੈ ਉਪਭੋਗਤਾ ਦੇ ਵੀ ਉਹ ਇਸ ਗੱਲ ਤੇ ਨਹੀਂ ਬੋਲ ਰਹੇ, ਇੱਕ ਗੱਲ ਤੇ ਬੋਲ ਰਹੇ ਆ, ਯਾਨੀ ਉਹ ਕਿਤੇ ਨਾ ਕਿਤੇ ਪੱਖਪਾਤੀ ਰਵੱਈਆ ਵਰਤ ਰਹੇ ਨੇ। ਪਰ ਕਿਤੇ ਨਾ ਕਿਤੇ ਗੱਲ, ਜੇ ਉਹਦੀ ਆਮਦਨ ਨਹੀਂ ਵੱਧ ਰਹੀ ਤਾਂ ਰੇਟ ਵੱਧ ਰਿਹਾ, ਤਾਂ ਬੋਝ ਤਾਂ ਪਏਗਾ ਨਾ ਜੀ। ਬੋਝ ਪੈਂਦਾ ਤਾਂ ਫਿਰ ਦੱਸੋ ਨਾ। ਬੋਝ ਪਿਆ ਤਾਂ ਇਹ ਥੋੜ੍ਹਾ ਕਿ ਟਮਾਟਰ ਅਗਰ 40 ਰੁਪਏ ਹੋਗਾ ਤਾਂ ਤੁਹਾਡੇ ਤੇ ਬੋਝ ਪੈਂਦਾ, ਪੈਟਰੋਲ 65 ਰੁਪਏ ਤੋਂ 100 ਰੁਪਏ ਹੋ ਜਾ ਤਾਂ ਨਹੀਂ ਬੋਝ ਪੈਂਦਾ। ਇਹ ਕੀ ਗੱਲ ਹੋਈ ਹੈ? ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਪਭੋਗਤਾ ਨੂੰ ਉਸ ਤੇ ਵੀ ਬੋਲਣਾ ਚਾਹੀਦਾ, ਫਿਰ ਉਹਦਾ ਕੋਈ ਸਿਸਟਮ ਬਣੇਗਾ। ਦੂਸਰੀ ਗੱਲ ਹੁਣ ਇਹ ਦੱਸੋ, ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਚੱਲ ਰਹੀ ਹੈ ਜਾਂ ਜਿਹੜੀ ਦਲੀਲ ਸਰਕਾਰਾਂ ਦੇ ਰਹੀਆਂ ਨੇ MSP ਤੇ, MSP ਨੂੰ ਕਾਨੂੰਨ ਬਣਾਉਣਾ ਨਹੀਂ ਮੰਨ ਰਹੀਆਂ। ਤੁਸੀਂ ਕਿਵੇਂ ਮੰਨੋਗੇ ਵੀ ਕਾਨੂੰਨ ਬਣਾਉਣ 'ਚ ਜਿਹੜਾ ਉਹ ਕਹਿੰਦੇ ਆ ਵੀ ਇੰਨੇ ਲੱਖ ਕਰੋੜ ਦਾ ਯਾਨੀ ਕਿ ਬਜਟ ਬਹਿ ਜਾਏਗਾ, ਜੋ ਹੱਦ ਤੋਂ ਬਾਹਰ ਹੋ ਜਾਏਗਾ, ਇਹਦੇ ਪ੍ਰਤੀ ਦੀ ਹਕੀਕਤ ਕੀ ਹੈ? ਦੇਖੋ, ਜੋ ਤੁਸੀਂ ਪਹਿਲੇ ਕਹਿ ਰਹੇ ਸੀ ਨਾ ਕਿ ਬਈ ਆਪਣੇ ਕੋਈ ਵੀ ਪ੍ਰੋਡਕਟ ਮਾਰਕੀਟ 'ਚ ਆਉਂਦਾ ਉਹਦੇ ਉੱਪਰ ਪ੍ਰਾਈਸ ਟੈਗ ਲੱਗਿਆ ਹੁੰਦਾ ਜੀ। ਖੇਤੀ ਦਾ ਪ੍ਰੋਡਕਟ ਜਦ ਖੇਤੀ ਮਾਰਕੀਟ 'ਚ ਆਉਂਦਾ ਹੈ, ਉਸ ਟਾਈਮ ਉਹਦੇ ਉੱਤੇ ਪ੍ਰਾਈਸ ਟੈਗ ਕੋਈ ਨਹੀਂ ਲੱਗਿਆ ਹੁੰਦਾ। ਹੁਣ ਟਮਾਟਰ ਕਿਸਾਨ ਥੋੜ੍ਹਾ ਤੁਹਾਨੂੰ ਆ ਕੇ ਵੇਚਦਾ ਕਿ ਬਈ ਇਹ 10 ਰੁਪਏ ਤੋਂ ਥੱਲੇ ਤੁਹਾਨੂੰ ਮਿਲੇਗਾ ਹੀ ਨਹੀਂ। ਉਹ ਤਾਂ ਤੁਸੀਂ 2 ਰੁਪਏ ਦਿਓ ਤਾਂ ਵੀ ਮਜਬੂਰੀ ਉਹਦੀ ਲੈਣੀ ਪਏਗੀ, ਲੈਂਦਾ ਹੀ ਹੈ ਨਾ। ਤਾਂ ਮਤਲਬ ਕਹਿੰਦਾ ਇਹ ਹੈ ਕਿ ਬਈ ਕਿਉਂ ਕਿਸਾਨ ਨਾਲ ਕਿਉਂ ਇਹ ਪੱਖਪਾਤ ਹੁੰਦਾ ਹੈ, ਉਹਦੇ ਨਾਲ ਕਿਉਂ ਅਨਿਆਏ ਹੋ ਰਿਹਾ ਕਿ ਉਹ ਆਪਣਾ ਪ੍ਰਾਈਸ ਨਹੀਂ ਫਿਕਸ ਕਰ ਸਕਦਾ। ਉਹ ਇਹੀ ਗੱਲ ਕਿਸਾਨ ਕਹਿ ਰਹੇ ਹੈਗੇ, ਉਹਦੀ ਜਿਹੜੀ ਭਾਸ਼ਾ ਬਦਲ ਜਾਂਦੀ ਹੈ। ਉਹ ਇਹ ਕਹਿ ਰਹੇ ਕਿ ਮਿਨੀਮਮ ਸਪੋਰਟ ਪ੍ਰਾਈਸ ਯਾਨੀ ਨਿਊਨਤਮ ਸਮਰਥਨ ਮੁੱਲ ਹੋਏ। ਉਹਦਾ ਮਤਲਬ ਹੈ ਕਿ ਅੱਜ ਸਾਡੇ ਦੇਸ਼ ਵਿੱਚ 23 ਫਸਲਾਂ ਤੇ ਅਸੀਂ ਨਿਊਨਤਮ ਸਮਰਥਨ ਮੁੱਲ ਅਨਾਉਂਸ ਕਰਦੀ ਹੈ ਸਰਕਾਰ, ਲੇਕਿਨ ਮਿਲਦਾ ਜ਼ਿਆਦਾ ਅਧਿਕਤਰ ਅਸੀਂ ਜਾਣਦੇ ਹਾਂ ਕਣਕ ਔਰ ਝੋਨੇ ਤੇ ਮਿਲਦਾ ਹੈਗਾ। ਬਾਕੀ ਠੀਕ ਹੈ, ਕੁਝ ਕਾਟਨ ਤੇ ਮਿਲ ਜਾਂਦਾ, ਕੁਝ ਪਲਸਿਸ ਤੇ ਮਿਲ ਜਾਂਦਾ, ਪਰ ਅਧਿਕਤਰ ਜਿਹੜਾ ਹੈਗਾ ਇਹ 2 ਫਸਲਾਂ ਤੇ ਮਿਲਦਾ ਹੈਗਾ। ਤਾਂ ਕਿਸਾਨ ਇਹ ਕਹਿ ਰਹੇ ਕਿ ਸਾਡੇ 23 ਦੀ 23 ਫਸਲਾਂ ਤੇ ਸਾਰੇ ਦੇਸ਼ ਵਿੱਚ, ਹਾਂਜੀ, ਚਾਹੇ ਤੁਸੀਂ ਪੰਜਾਬ 'ਚ ਖਰੀਦੋ ਚਾਹੇ ਕਰਨਾਟਕ ਵਿੱਚ ਖਰੀਦੋ, ਤੁਹਾਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲਣਾ ਹੀ ਮਿਲਣਾ ਚਾਹੀਦਾ। ਉਹ ਤੋਂ ਥੱਲੇ ਵਪਾਰ ਨਹੀਂ ਹੋਏਗਾ, ਯਾਨੀ ਟ੍ਰੇਡਿੰਗ ਨਹੀਂ ਹੋਏਗੀ। ਇਹ ਕਿਸਾਨ ਡਿਮਾਂਡ ਕਰ ਰਿਹਾ ਹੈਗਾ। ਨਹੀਂ, ਉਹ ਜਿਹੜੇ ਕਹਿੰਦੇ ਨੇ ਕਿ ਇੱਕ ਵੱਡਾ ਬੋਝ ਪਏਗਾ ਅਰਥ, ਉਹਦੀ ਕੀ ਸੱਚਾਈ ਹੈ? ਉਹ ਕਹਿੰਦੇ ਨੇ ਕਿ ਇੱਕ ਲੌਬੀ, ਇੱਕ ਨੈਰੇਟਿਵ ਬਣਾਇਆ ਗਿਆ ਕਿ ਸਾਹਿਬ ਅਗਰ ਸਾਰਾ ਕੁਝ ਕਿਸਾਨ ਤੋਂ ਲੈ ਕੇ ਸਰਕਾਰ ਖਰੀਦੇਗੀ ਜਿਹਦਾ ਤੋਂ ਉੱਪਰ MSP ਹੈ, ਤਾਂ 17 ਲੱਖ ਕਰੋੜ ਰੁਪਏ ਦਾ ਸਰਕਾਰ ਤੇ ਅਤਿਰਿਕਤ ਬੋਝ ਆ ਜਾਏਗਾ। ਇਹ ਬਿਲਕੁਲ ਗਲਤ ਹੈ।
एक हाइप क्रिएट किया गया, एक डर क्रिएट किया गया लोगों में ताकि MSP ਨੂੰ रिजेक्ट करन। सच्चाई यह है कि कुछ करना तो उपभोक्ता नहीं है ना। उपभोक्ता जो कहेगा कि सानू MSP के नाल सानू 17 लाख करोड़ रुपए देश के बजट से फर्क पै जाएगा, जो कि जो टोटल बजट है साल का वो तो अद्धे के बराबर हैगा, तो ये लोगों को समझ आता कि हाय ये पैसा कितों आएगा। लेकिन सच्चाई है कि किसान ये नहीं मंग रहा कि सारा कुछ खरीदो। सरकार नो ये कह रहा है किसान कि तुसी ये अश्योर करो कि भाई कोई भी कंपनी खरीदे, चाहे अदानी खरीदे, चाहे अंबानी खरीदे, कोई प्राइवेट ट्रेडर खरीदे या सरकार खरीदे APMC के माध्यम तो वो जड़ा खरीद होएगी ਉਹਦਾ ਜਿਹੜੀ कीमत हैगी है वो MSP तो थल्ले नहीं होएगी। ये कह रहे हैं किसान, तो ये की गलत हैगा? और यही होना चाहिए, क्योंकि जब हरेक का प्राइस अश्योर्ड है, हरेक जो प्रोडक्ट की आप गल करते हैं वो उधरों फिक्स होकर आता है, तो इधर भी तो कोई प्राइस फिक्स होना चाहिए ना प्रोडक्ट। कद तक तुम किसानों लुटी जाओगे? और ये लुट करके ही देखिए असी अज किसान की हालत इन्नी क्राइसिस विच हैगा। और ये क्राइसिस उन्होंने जो दशकों तो सीगा ना, जो झेलता आया उसके बाद ये नहीं कि उन्होंने पहले प्रोटेस्ट नहीं किया, पहले भी कई सारे प्रोटेस्ट किए, पर इस लैवल पर प्रोटेस्ट नहीं होया है। हुण क्योंकि लगता किसानों की ये अति हो गई है, इनफ इज़ इनफ, इस करके वो बॉर्डर पर बैठे हुए हैं, चाहे गर्मियां सर्दियां जो भी सब कुछ उन्होंने झेल लिया है, और वो चाहते हैं कि भी हुण तुसीं एक MSP साडे वास्ते फिक्स कर दो। चलो हुण किसान के कर्ज की गल करते हैं। ਹੁਣ ਸਰਕਾਰ ਜਾਣ ਵਾਲੀ ਹੈ, ਕੱਲ ਪੰਜਾਬ ਦੀ ਕਰਾਂਗੇ ਆਪਾਂ। ਇਹਨਾਂ ਨੇ ਜਿਹੜੀ ਬੇਜ਼ਮੀਨੇ ਸੀ ਕਿਸਾਨਾਂ ਨੂੰ ਰਾਹਤ ਦੇਣ ਵਾਸਤੇ 500 ਕਰੋੜ ਦੇ ਕਰੀਬ ਯਾਨੀ ਕਿ ਉਹ ਮਾਫ ਕੀਤਾ ਹੈ। ਇਹਦੇ ਵਿੱਚ ਇੱਕ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਕਾਰੋਬਾਰੀਆਂ ਨੂੰ ਮਾਫ ਕੀਤਾ ਜਾਂਦਾ ਹੈ ਉਦੋਂ ਬੈਂਕ ਝੇਲਦੇ ਆ, ਉਹ ਕਰਜ਼ਾ ਮਾਫ ਕਰਦੇ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ। ਦੂਸਰਾ ਇਹ ਹੈ ਕਿ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ, ਸਬਸਿਡੀ ਦੀ ਗੱਲ ਆਉਂਦੀ ਹੈ, ਜਾਂ ਕਿਸੇ ਚੀਜ਼ ਤੋਂ ਆਪਾਂ ਕੁਝ ਕਰਜ਼ਾ ਮਾਫ ਕਰਨਾ ਜਾਂ ਬਿਜਲੀ ਮਾਫ ਕਰਨੀ ਹੈ ਜਾਂ ਹੋਰ ਕਰਨਾ, ਉਹ ਸਟੇਟ ਗਵਰਨਮੈਂਟ 'ਤੇ ਰਹਿੰਦਾ ਹੈ। ਇਹਨੂੰ ਤੁਸੀਂ ਇੱਥੇ ਕੀ ਤੁਸੀਂ ਕਹੋ? देखो दो चीज़ां समझनियां बड़ी क्लीयर है, क्लीयर गल जी आपां मतलब जानी चाहिए, आपां अपनी समझ में आनी चाहिए है। वो ये है कि एक तरफ तक कर्जा हुंदा माफ किसान का, दूजी तरफ हुंदा कॉरपोरेट का। जब तक कॉरपोरेट का हुंदा तां साडे जिहड़े इकोनॉमिस्ट है देश के, वो कहते हैं कि भी ये नाल इकोनॉमिक ग्रोथ होएगी, यानी आर्थिक विकास होएगा। जब कर्जा माफ़ करते हैं आपां किसानां दा, तां कहने दे आर्थिक संकट हो जाएगा। मजे की गल है कि दोनों जने किसान भी और कॉरपोरेट भी इको बैंक तो लोन लेंदे हैं जी। जब एक दा डिफॉल्ट हो जाता है, नहीं दे पाता, तो असी कहने कि भी ये तो आर्थिक संकट हो जाएगा देश का, जे असी कर्जा माफ़ कर देवांगे। और जब असी कॉरपोरेट का माफ़ करते फिर असी कहने कि किसान देश का आर्थिक विकास हो जाएगा। ये किस तरह हो सकता है? क्यों नहीं आम जनता समझती कि एक जड़ा दोगलापन हैगा नीति का, एक क्यों ये जानबूझ के एक मैसेज दिता जाता है ताकि कॉरपोरेट के उपर कुछ सवाल ना किए जान। मैं इस करके बोल रहा क्योंकि देखो पिछले 8 साल 10 लाख करोड़ रुपया असी कॉरपोरेट का माफ़ कर चुके हैं जी। और जिथे तक किसानों का हैगा वो हले तक पिछले 5 सालों में देखिए तो 2 लाख करोड़ के आसपास माफ़ होया किसानों का। क्यों? क्योंकि जब भी किसानों का कर्जा माफ़ होना होंदा तो हंगामा शुरू हो जाता कि ये पैसा कितों आएगा, ये आर्थिक संकट हो जाएगा, ये वित्तीय घाटा साड़ा बढ़ जाएगा। क्यों? क्योंकि सारा जो बर्डन है, बोझ है, वो स्टेट गवर्नमेंट से होंदा है। स्टेट गवर्नमेंट उन्होंने माफ़ करती हैगी है, और वो इसका मतलब है कि उन्होंने जो आर्थिक जो कहते ना आप वित्तीय घाटा जोड़ा है वो होर बढ़ जाता है। दूजी गल जब आप कॉरपोरेट का माफ़ करते हैं तो स्टेट गवर्नमेंट्स नहीं करदियां, तो बैंक करते हैं। ये क्यों दोगली नीति क्यों हैगी है कि जे तुसी वाकई कॉरपोरेट का भी किसानों के अगर मुकाबले देखिए तो जी कंपनी का हैडकुआटर चलो मन लीए पटियाले हैगा या लुधियाने हैगा, उस कंपनी का जोड़ा माफ़ होंदा कर्जा जिस तरह किसानों के पंजाब के किसानों का माफ़ होता पंजाब सरकार को देना पैंदा है, तो क्यों नहीं वो पंजाब सरकार उन्होंने कर्जा माफ़ करे? की गल है कि उन्होंने तो बैंक करता है और किसानों की सरकार करती है। मेरा ये कहना कि भाई क्यों नहीं असी ऐसा सिस्टम लिया सकते, या तो दोनों का कर्जा बैंक माफ़ करन जी, जिस तरह कॉरपोरेट का माफ़ होंदा है, या फिर इस तरह है कि ਜਿਹੜਾ ਆਪਾਂ कॉरपोरेट का कर्जा माफ़ करते हैं वो भी खर्चा जो बोझ हैगा वो स्टेट गवर्नमेंट से आए, और वो स्टेट गवर्नमेंट उन्होंने जिस तरह किसानों का कर्जा माफ़ करने जो भी उन्होंने हिचकिचाहट होंदी है उत्थे भी होए। मैं इस करके कह रहा कि जब तक असी एक बैलेंस नहीं देवांगे इस चीज़ को, तब तक ये एक तरह की अनदेखी होती जाएगी किसानों नाल। और एक मजे की गल होर भी है, जब भी किसानों का कर्जा माफ़ होना सरकार को पैसे नहीं होंगे। पंजाब सरकार का हाल देख लो, पिछले 4 सालों में 4.5 लाख करोड़ रुपया वो कितों इधरों कढ़ के उधरों कढ़ के सानू यही दस्या जाता है कि उन्होंने कर्जे माफ़ किए 4,500 करोड़ के, 4,500 करोड़ के उन्होंने कर्जे माफ़ किए है। लेकिन जब असी इंप्लॉइज़ को तनख्वाह देनी होंगी है, हुण नवा वेतन आयोग आया है, उसका बर्डन जोड़ा है वो 8,000 करोड़ रुपए का होएगा साल का। वो वास्ते तो किसी को कोई पैसे की कमी नज़र नहीं आ रही है।
ਪੈਸਾ ਸਰਕਾਰ ਵੀ ਦੇਣ ਨੂੰ ਤਿਆਰ ਹੈਗੀ ਹੈ, ਲੇਕਿਨ ਕਿਸਾਨਾਂ ਵਾਸਤੇ 4 ਸਾਲ ਵਿੱਚ ਪੈਸਾ ਨਹੀਂ ਜੁਟਾ ਪਾਏ। ਜਦਕਿ ਟੋਟਲ ਇਹਨਾਂ ਨੇ 8000 ਦੇ ਕਰੀਬ 8000 ਕਰੋੜ ਜਾਂ 9000 ਕਰੋੜ ਦੇ ਕਰੀਬ ਇਹਨਾਂ ਦੇ ਕਿਸਾਨਾਂ ਦਾ ਮਾਫ ਕਰਨ ਦੀ ਗੱਲ ਸ਼ੁਰੂ 'ਚ ਕੀਤੀ ਸੀਗੀ, ਔਰ ਅਲਟੀਮੇਟਲੀ ਹਾਲ ਤੱਕ 4500 ਕਰੋੜ ਰੁਪਏ ਦੇ ਇਹਨਾਂ ਨੇ ਕਰਜ਼ੇ ਮਾਫ ਕੀਤੇ। ਮੈਂ ਗੱਲ ਇਹ ਕਨਵੇ ਕਰਨਾ ਚਾਹੁੰਦਾ ਕਿ ਕਿਆ ਗੱਲ ਹੈਗੀ ਹੈ ਕਿ ਮੈਨੂੰ ਕੋਈ ਇੰਪਲੋਈਜ਼ ਨਾਲ ਕੋਈ ਉਹ ਨਹੀਂ ਹੈ ਕਿ ਵੀ ਇਹਨਾਂ ਨੂੰ ਕਿਉਂ ਪੈਸਾ ਦੇ ਰਹੇ ਅਸੀਂ। ਮੈਂ ਕਹਿੰਦਾ ਕਿ ਜੇ ਤੁਸੀਂ ਉਹਨਾਂ ਨੂੰ ਪੈਸੇ ਦੇ ਸਕਦੇ ਹੋ ਤਾਂ ਕਿਸਾਨ ਬਾਰੇ ਕੀ ਹੋ ਜਾਂਦਾ ਕਿ ਤੁਹਾਡੇ ਕੋਲ ਪੈਸੇ ਨਹੀਂ ਹੁੰਦੇ ਹੈਗੇ, ਇਹ ਮਤਲਬ ਹੈਗਾ। ਕਿਸਾਨ ਹਰ ਜਗ੍ਹਾ ਟਾਰਗੇਟ ਹੁੰਦਾ ਹੈ। ਤੁਹਾਡੇ ਹੁਣ ਤੱਕ ਦੀ ਗੱਲਬਾਤ ਦਾ ਮੈਨੂੰ ਤੁਹਾਡੀ ਗੱਲਬਾਤ ਦੀ ਤਸਦੀਕ ਕਰਦੀ ਹੈ, ਪਰ ਮੈਨੂੰ ਇਹ ਦੱਸੋ ਵੀ ਜਿਹੜੀ ਸਰਕਾਰਾਂ ਪੰਜਾਬ ਦੀ ਗੱਲ ਕਰੀਏ ਤਾਂ ਕਿਸਾਨ ਨੂੰ ਵਾਅਦਿਆਂ ਨੂੰ ਲੈ ਕੇ ਆਉਂਦੀਆਂ ਨੇ, ਵੋਟ ਬੈਂਕ ਉਹਦਾ ਡਾਇਵਰਟ ਕਰਨ ਵਾਸਤੇ ਨੀਤੀਆਂ ਬਣਾਈਆਂ ਜਾਂਦੀਆਂ ਨੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਕਿਹਾ ਜਾਂਦਾ ਵੀ ਅਸੀਂ ਬਿਜਲੀ ਦੀ ਮਾਫ ਕਰ ਦਾਂਗੇ, ਕਿਸਾਨ ਨੂੰ ਕਰਜ਼ਾ ਮਾਫ ਕਰ ਦਿਆਂਗੇ। ਫਿਰ ਜਦੋਂ ਸਰਕਾਰ ਦਾ ਜਾਣ ਦਾ ਸਮਾਂ ਆਉਂਦਾ ਉਦੋਂ ਕਰਜ਼ੇ ਮਾਫ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਪਹਿਲਾਂ ਵਾਅਦੇ ਕੀਤੇ ਜਾਂਦੇ ਆ। ਹੁਣ ਗੱਲ ਇਹ ਦੱਸੋ ਕਿ ਕੁਝ ਨੀਤੀਆਂ ਦੀ ਮੈਂ ਗੱਲ ਕਰੂੰਗਾ, ਜਿਵੇਂ ਆਪਾਂ ਜਿਹੜੀ ਕਿ ਬਿਜਲੀ ਮਾਫੀ ਦੀ ਗੱਲ ਕਰਦੇ ਹਾਂ। ਇੱਕ ਗੌਰਮੈਂਟ ਕਹਿੰਦੀ ਅਸੀਂ 200 ਯੂਨਿਟ ਦਿੰਦੇ ਹਾਂ ਪਹਿਲਾਂ ਕਈ ਵਰਗਾਂ ਨੂੰ, ਫਿਰ ਇੱਕ ਗੌਰਮੈਂਟ ਇੱਕ ਕਹਿੰਦਾ ਅਸੀਂ ਜਦੋਂ ਆ ਗਏ 300 ਦੇਵਾਂਗੇ, ਇੱਕ ਹੋਰ ਆਇਆ ਗਿਆ ਹੁਣ ਕਿ ਅਸੀਂ 400 ਦੇ ਦੇਵਾਂਗੇ। ਹੁਣ ਕਿਤੇ ਨਾ ਕਿਤੇ ਜਿਹੜੀ ਇਹ ਬਿਜਲੀ ਮਾਫੀ ਦੀ ਹੈ, ਇਹ ਕਿਤੇ ਨਾ ਕਿਤੇ ਖੇਤੀ ਨੂੰ ਨੁਕਸਾਨਦੇਹ ਹੈ। ਵੱਡੇ ਵੱਡੇ ਜਿਹੜੀ ਖੋਜ ਕਰਤੇ ਕਹਿ ਚੁੱਕੇ, ਜਿਵੇਂ ਕਿ ਜਦੋਂ ਬਿਜਲੀ ਇੱਕ ਐਸੀ ਨੀਤੀ ਹੈ ਫ੍ਰੀ ਦੇਣ ਦਾ, ਜਦੋਂ ਇਹਦੇ ਨਾਲ ਮੰਨਿਆ ਜਾ ਰਿਹਾ ਹੈ, ਵੱਡੀਆਂ ਸੰਸਥਾਵਾਂ ਦੇ ਅਧਿਕਾਰਤ ਤੌਰ 'ਤੇ ਕਹਿ ਵੀ ਦਿੱਤਾ ਕਿ ਇਹਦੇ ਨਾਲ ਪਾਣੀ ਦਾ ਪੱਧਰ ਨੀਚੇ ਜਾਂਦਾ ਹੈ, ਉਹ ਇੱਕ ਵੱਡਾ ਕਾਰਨ ਬਣਦੀ ਇਹਦੇ ਵਿੱਚ। ਅਤੇ ਇਹ ਯਾਨੀ ਕਿ ਪਿਛਲੇ ਕੁਝ ਸਮੇਂ ਦੇ ਵਿੱਚ NGT ਨੇ ਤੇ ਇਸ ਨੀਤੀ 'ਤੇ ਰੋਕ ਵੀ ਲਗਾਤੀ, ਸ਼ਾਇਦ ਉਹ ਬਾਦਲ ਸਰਕਾਰ ਸੀਗੀ। ਹੁਣ ਤੁਸੀਂ ਜਿਹੜੀਆਂ ਇਹ 'ਤੇ ਵੀ ਕੁਛ ਗੱਲ ਦੱਸੋ, ਇਹਨਾਂ ਜਿਹੜੀਆਂ ਨੀਤੀਆਂ ਇਸ ਤਰ੍ਹਾਂ ਨੀਤੀਆਂ ਨੂੰ ਭਰਮਾਊ ਨੀਤੀਆਂ ਐਲਾਨ ਕਰਕੇ ਜਾਂ ਇਹ ਨੀਤੀਆਂ ਜਾਰੀ ਕਰਕੇ ਕਿਤੇ ਨਾ ਕਿਤੇ ਇਨਡਾਇਰੈਕਟਲੀ ਫਿਰ ਯਾਨੀ ਖੇਤੀ ਦੇ ਵਿਰੋਧੀ ਤਾਂ ਨਹੀਂ ਨੀਤੀਆਂ ਇਹ, ਜਾਂ ਇਹਨਾਂ ਪ੍ਰਤੀ ਬਦਲ ਕੀ ਹੋਣਾ ਚਾਹੀਦਾ? ਦੇਖੋ, ਪਹਿਲੀ ਗੱਲ ਤਾਂ ਇੱਕ ਸਮਝੀਏ ਕਿ ਕਿਸਾਨ ਕਦੀ ਨਹੀਂ ਚਾਹੁੰਦਾ ਕਿ ਉਹਨੂੰ ਮੁਫਤ ਬਿਜਲੀ ਮਿਲੇ, ਮੁਫਤ ਪਾਣੀ ਮਿਲੇ। ਕਿਸਾਨ ਨਹੀਂ ਚਾਹੁੰਦਾ। ਕਿਸਾਨ ਦਾ ਥੋੜਾ ਜਿਹਾ ਕਿਸਾਨ ਨਹੀਂ ਚਾਹੁੰਦਾ, ਪਰ ਹਰ ਸਰਕਾਰ ਜਿੰਨਾ ਕਿ ਮੈਨੂੰ ਸਮਾਂ ਹੋ ਗਿਆ ਸਰਕਾਰਾਂ ਨੂੰ ਦੇਖਦਾ, ਔਰ ਸਰਕਾਰ ਵਾਅਦੇ ਇਸ ਤਰ੍ਹਾਂ ਕਰਦੀ ਹੈ ਕਿਸਾਨ ਦੇ ਮੁਫਤ ਨਾਲ ਜੁੜੀ ਹੋਈ ਚੀਜ਼ ਨਾ ਹੁੰਦੀ। ਨਹੀਂ, ਉਸੇ ਗੱਲ ਤੇ ਮੈਂ ਆ ਰਿਹਾ ਹੈਗਾ। ਕਿਸਾਨ ਇਹ ਕਹਿੰਦਾ ਹੈ ਕਿ ਤੁਸੀਂ ਮੈਨੂੰ ਮੇਰੀ ਫਸਲ ਦਾ ਜਿਹੜਾ ਵਾਜਿਬ ਦਾਮ ਹੈ ਉਹ ਦੇ ਦਿਓ ਜੀ। ਜੇ ਵਾਜਿਬ ਦਾਮ ਦੇ ਦਿਓ ਤਾਂ ਉਹਨੂੰ ਕੋਈ ਜ਼ਰੂਰਤ ਨਹੀਂ ਹੈ ਸਬਸਿਡੀ ਦੀ। ਇਹ ਤਾਂ ਕਿਸਾਨ ਬੋਲਦੇ ਆਏ। ਸਰਕਾਰਾਂ ਕਿਉਂਕਿ ਵਾਜਿਬ ਦਾਮ ਨਹੀਂ ਦਿੰਦੀਆਂ, ਫਿਰ ਉਹ ਲੁਹਾਵਣਾ ਇੱਕ ਜਿਹੜਾ ਕੋਈ ਨਾ ਕੋਈ ਇਹ ਚੀਜ਼ਾਂ ਜੋ ਤੁਸੀਂ ਕਹਿ ਰਹੇ ਹੋਗੇ ਇਹ ਇਲੈਕਸ਼ਨ ਦੇ ਟਾਈਮ ਤੇ ਜ਼ਰੂਰ ਅਨਾਉਂਸ ਕਰਦੀਆਂ ਹੈਗੀਆਂ ਕਿ ਅਸੀਂ ਤੁਹਾਨੂੰ ਮੁਫਤ ਬਿਜਲੀ ਦੇਵਾਂਗੇ, ਤੁਹਾਨੂੰ ਮੁਫਤ ਇਹ ਲਗਾਵਾਂਗੇ। ਸਾਰਾ ਮੁਫਤ ਕਲਚਰ ਬਣ ਗਿਆ ਹੈਗਾ, ਕੋਈ ਸ਼ੱਕ ਨਹੀਂ ਹੈਗਾ। ਮੈਂ ਇਹੀ ਗੱਲ ਕਹਿੰਦਾ ਕਿ ਜਦ ਸਰਕਾਰਾਂ ਸਾਰਾ ਕੁਝ ਕਹਿੰਦੀ ਹੈਗੀਆਂ, ਲੇਕਿਨ ਜਦ ਪਾਵਰ ਵਿੱਚ ਆ ਜਾਂਦੀਆਂ, ਇਹ ਸਾਰਾ ਕੁਝ ਕਰਨ ਦੇ ਬਾਅਦ ਵੋਟ ਮਿਲ ਜਾਂਦੀ ਹੈਗੇ, ਚਾਹੇ ਪਾਵਰ 'ਚ ਆ ਜਾਂਦੀਆਂ, ਫਿਰ 4 ਸਾਲ ਤਾਂ ਉਹ ਕਾਰਪੋਰੇਟ ਦੀ ਸੇਵਾ ਕਰਦੇ ਰਹਿੰਦੇ, ਤਾਂ ਕਿਸਾਨਾਂ ਦੀ ਗੱਲ ਹੀ ਨਹੀਂ ਹੁੰਦੀ ਹੈਗੀ। ਔਰ ਉਸ ਟਾਈਮ ਜਦ ਇਲੈਕਸ਼ਨ ਨਜ਼ਦੀਕ ਫਿਰ ਆ ਗਏ ਅਗਲੇ, ਫਿਰ ਸ਼ੁਰੂ ਹੋ ਜਾਂਦੇ ਕਿ ਤੁਹਾਨੂੰ ਅਸੀਂ ਹੁਣ ਇਹ ਕਰਾਂਗੇ, ਤੁਹਾਨੂੰ ਅਸੀਂ ਇਹ ਕਰਾਂਗੇ। ਔਰ ਬਾਕੀ ਜਿਹੜਾ 4 ਸਾਲ ਚੁੱਪਚਾਪ ਜਿਹੜੀ ਕਾਰਪੋਰੇਟ ਦੀ ਸੇਵਾ ਕਰਦੇ ਆ, ਇਹ ਕੀ ਕਰਨ? ਕਿਸੇ ਨੇ ਕਿਹਾ ਵੀ ਹੈਗਾ, ਸਾਡੇ ਕਿਸੇ ਬੜੇ ਸੈਲੀਬ੍ਰਿਟੀ ਨੇ, ਕਿ ਇਹ ਸਰਕਾਰਾਂ ਨਾ ਕਿਸੇ ਦੇ ਹੋਰ ਤੇ ਆਉਂਦੀਆਂ ਹੈਗੀਆਂ, ਲੇਕਿਨ ਸੇਵਾ ਕਿਸੇ ਹੋਰ ਦੀਆਂ ਕਰਦੀਆਂ ਹੈਗੀਆਂ ਸੈਕਟਰ ਦੀਆਂ। ਤੇ ਇਹ ਮੈਨੂੰ ਲੱਗਦਾ ਕਿ ਜਿਹੜੀ ਪਾਲਿਸੀ ਚੇਂਜ ਹੈਗਾ, ਇਹ ਸਾਨੂੰ ਲਿਆਉਣਾ ਬਹੁਤ ਜ਼ਰੂਰੀ ਹੈ। ਲਿਆਉਣਾ ਕੀ ਹੋਣਾ ਚਾਹੀਦਾ? ਇਹਦੇ ਵਿੱਚ ਤੁਸੀਂ ਕਹਿ ਰਹੇ ਸੀਗੇ ਕਿ ਬਈ ਅਗਰ ਮਿਨੀਮਮ ਸਪੋਰਟ ਪ੍ਰਾਈਸ ਅਗਰ ਅਸੀਂ ਇੱਕ ਲੀਗਲ ਅਧਿਕਾਰ ਬਣਾ ਦਈਏ, ਕਾਨੂੰਨੀ ਅਧਿਕਾਰ ਬਣਾ ਦਈਏ, ਤਾਂ ਕਿਸਾਨ ਨੂੰ ਪਤਾ ਹੈ, ਉਹਨੂੰ ਵੀ ਸਮਝ ਆਉਂਦੀ ਹੈ ਕਿ ਝੋਨਾ ਲਗਾਉਣ ਤੋਂ ਪਾਣੀ ਦਾ ਦੋਹਨ ਹੁੰਦਾ ਹੈਗਾ ਜੀ। ਉਹਨੂੰ ਪਤਾ ਹੈ, ਉਹਨੂੰ ਇਹ ਵੀ ਪਤਾ ਕਿ ਸਟਬਲ ਬਰਨਿੰਗ ਨਾਲ ਨੁਕਸਾਨ ਹੁੰਦਾ ਹੈ ਪਰਿਆਵਰਨ ਦਾ। ਉਹਨੂੰ ਇਹ ਵੀ ਪਤਾ ਕਿ ਸਭ ਤੋਂ ਪਹਿਲੇ ਨੁਕਸਾਨ ਉਹਨੂੰ ਹੀ ਹੁੰਦਾ, ਉਹਦੇ ਪਰਿਵਾਰ ਨੇ ਹੁੰਦਾ ਹੈ। ਉਹ ਵੀ ਹਟਣਾ ਚਾਹੁੰਦਾ ਹੈਗਾ, ਲੇਕਿਨ ਕਿਤੇ ਨਾ ਕਿਤੇ ਕਿਸਾਨ ਨੂੰ ਜਾਗਰੂਕ ਹੋਣ ਦੀ ਲੋੜ ਨਹੀਂ। ਇਸ ਪਾਸੇ ਕਿਸਾਨ ਜਾਗਰੂਕ ਹੈਗਾ। ਸਾਨੂੰ ਜਿਹੜੇ ਪਾਲਿਸੀ ਮੇਕਰਸ ਨੂੰ ਵੀ ਜਾਗਰੂਕ ਕਰਨ ਦੀ ਜ਼ਰੂਰਤ ਹੈਗੀ ਹੈ, ਪੋਲੀਟੀਸ਼ੀਅਨ ਨੂੰ ਵੀ ਜਾਗਰੂਕ ਕਰਨ ਦੀ ਜ਼ਰੂਰਤ ਹੈਗੀ। ਮੈਂ ਉਸ ਗੱਲ ਤੇ ਆ ਰਿਹਾ ਹਾਂ। ਮੈਂ ਕਹਿ ਰਿਹਾ ਕਿ ਕਿਸਾਨ ਸਮਝਦਾ ਹੈ ਕਿ ਬਈ ਮੈਂ ਝੋਨਾ ਲਗਾਉਣਾ ਹੈਗਾ, ਪਾਣੀ ਖਿੱਚਿਆ ਜਾਂਦਾ ਬਹੁਤ ਜ਼ਿਆਦਾ। ਇਹ ਸਮਝਦਾ, ਇਹ ਵੀ ਸਮਝਦਾ ਕਿ ਵੀ ਸਟਬਲ ਬਰਨਿੰਗ ਨਾਲ ਉਹਨੂੰ ਹੀ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ, ਉਹਦੇ ਪਰਿਵਾਰ ਨੂੰ ਨੁਕਸਾਨ ਹੁੰਦਾ। ਲੇਕਿਨ ਗੱਲ ਇਹ ਉਹਦੇ ਕੋਲ ਆਪਸ਼ਨ ਕੀ ਹੈਗਾ? ਤੁਸੀਂ ਕਿਹਾ ਜੀ ਕਿ ਮੱਕੀ ਲਗਾ ਦਿਓ, ਉਹਨੇ ਮੱਕੀ ਲਗਾਤੀ। ਮੱਕੀ ਦਾ ਜਿਹੜਾ ਰੇਟ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਉਹ 1850 ਰੁਪਏ ਪ੍ਰਤੀ ਕੁਇੰਟਲ ਸੀਗਾ। ਮਾਰਕੀਟ ਵਿੱਚ ਉਹਨੂੰ 600 ਤੋਂ ਲੈ ਕੇ 900 ਰੁਪਏ ਪ੍ਰਤੀ ਕੁਇੰਟਲ ਮਿਲਦਾ ਹੈ। ਤੁਸੀਂ ਕੀ ਸਮਝਦੇ ਹੋ ਕਿ ਉਹ ਆਪਣਾ ਸਾਰਾ ਸੈਕਰੀਫਾਈਸ ਕਰਕੇ ਤੁਹਾਡਾ ਪਰਿਆਵਰਨ ਤੋਂ ਬਚਾਏਗਾ? ਕਿਉਂ ਨਹੀਂ ਅਸੀਂ ਪਾਲਿਸੀ ਮੇਕਰ ਸਮਝਦੇ ਕਿ ਅਸੀਂ ਅਗਰ ਉਹਨੂੰ ਮਿਨੀਮਮ ਸਪੋਰਟ ਪ੍ਰਾਈਸ ਨੂੰ ਲੀਗਲ ਕਰ ਦਿੰਦੇ, ਅਸੀਂ ਇਹ ਸ਼ੋਰ ਕਰਦੇ ਕਿ ਮੱਕੀ ਵਿੱਚ ਉਹਨੂੰ 1850 ਰੁਪਏ ਅਗਰ ਪ੍ਰਾਈਸ ਹੈ ਤਾਂ ਉਹ ਮਿਲੇਗਾ ਹੀ ਮਿਲੇਗਾ। ਤਾਂ ਅਗਰ ਇਹ ਹੋ ਜਾਂਦਾ ਤਾਂ ਕਿਸਾਨ ਆਪਣੇ ਹੱਸੀ ਖੁਸ਼ੀ ਪੈਡੀ ਤੋਂ ਨਿਕਲ ਕੇ ਉਹਨੇ ਮੱਕੀ 'ਚ ਆ ਜਾਣਾ ਸੀ। ਚਲੋ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਫਸਲੀ ਚੱਕਰ ਚੇਂਜ ਕਰਨ ਦੀ ਲੋੜ ਆ। ਕਿਸਾਨ ਸਮਝਦਾ, ਪਰ ਉਹ ਮਜਬੂਰੀ ਐਸੀ ਬਣ ਜਾਂਦੀ ਹੈ ਕਿ ਉਹਨੂੰ ਦੂਸਰੀ ਗੱਲ ਅਪਣਾਉਣੀ ਪੈਂਦੀ ਹੈ। ਹੁਣ ਚਲੋ ਆਪਾਂ ਗੱਲ ਆਈਏ ਕਿਸਾਨੀ ਅੰਦੋਲਨ ਦੀ, ਜੋ 9 ਮਹੀਨੇ ਹੋ ਗਏ ਨੇ ਤਕਰੀਬਨ, ਤੇ ਵੱਡੇ ਐਲਾਨ ਹੋ ਰਹੇ ਨੇ। 5 ਸਤੰਬਰ ਨੂੰ ਆਪਣਾ ਯੂਪੀ ਦੇ ਮੁਜ਼ੱਫਰਨਗਰ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਹੈ। ਫਿਰ ਉਸ ਤੋਂ ਬਾਅਦ
ਅਗਲੇ ਮਹੀਨੇ ਇੱਕ ਹੋਰ ਵੱਡਾ ਐਲਾਨ ਕੀਤਾ ਜਾ ਰਿਹਾ ਕਿ ਖੇਤੀ ਦਾ ਅਸੀਂ ਜਿਹੜਾ ਦੀਆਂ ਫਸਲਾਂ ਦੇ ਮੁੱਲ ਡਬਲ ਕਰ ਦਿਆਂਗੇ। ਇਹ ਆਮਦਨ ਦੀ ਗੱਲ ਕਰਦੇ ਅਸੀਂ ਡਬਲ ਕਰ, ਉਦੋਂ ਘੱਟ ਅਸੀਂ ਚੀਜ਼ ਵੇਚਣੀ ਨਹੀਂ। ਹੁਣ ਤਾਂ ਆਪਾਂ ਇਹ 'ਤੇ ਆਈਏ ਕਿ 9 ਮਹੀਨਿਆਂ ਤੋਂ ਯਾਨੀ ਕਿਸਾਨ ਉੱਥੇ ਬੈਠੇ ਨੇ। ਉਹਦੇ ਵਿੱਚ ਦੋ ਗੱਲਾਂ ਆ ਰਹੀਆਂ ਨੇ ਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਸੋਧਾਂ ਨੂੰ ਤਿਆਰ ਹਾਂ, ਇਹ ਸੋਧ ਨਹੀਂ ਕਰਦੇ, ਅਤੇ ਦੂਸਰਾ ਕਿਸਾਨ ਕਹਿੰਦੇ ਬਿੱਲ ਰੱਦ ਹੋਣੀ ਚਾਹੀਦੀ ਹੈ। ਉਹ ਕਹਿੰਦੇ ਸਾਨੂੰ ਕੋਈ ਅੱਛੀ ਪ੍ਰਪੋਜ਼ਲ ਲਿਆ ਕੇ ਦਿਓ, ਅਸੀਂ ਫਿਰ ਉੱਤੇ ਮੰਨਾਂਗੇ। ਤੁਸੀਂ ਕੀ ਮੰਨਦੇ ਹੋ ਕਿ ਤਿੰਨੇ ਖੇਤੀ ਕਾਨੂੰਨ ਦੇ ਰੱਦ ਹੋ ਜਾਣ, ਇਹ ਪੱਕਾ ਬਦਲ ਹੈ? ਦੇਖੋ ਤਿੰਨੋਂ ਇੱਕ MSP ਦੀ ਗੱਲ ਕਰੀਏ, MSP ਬਿੱਲ ਬਣਾਉਣਾ ਉਹ ਆਪਣੀ ਪਹਿਲਾਂ ਲੰਬੀ ਗੱਲਬਾਤ ਹੋ ਗਈ ਹੈ। ਜੇ ਤਿੰਨੇ ਖੇਤੀ ਕਾਨੂੰਨ ਇਕੱਲੇ ਰੱਦ ਹੁੰਦੇ ਨੇ ਤਾਂ ਉਹਦਾ ਕੋਈ ਬਦਲ ਹੈ? ਦੇਖੋ ਤਿੰਨੋਂ ਖੇਤੀ ਕਾਨੂੰਨ ਰੱਦ ਹੋਣੇ, ਇਹ ਤਾਂ ਹੋਣੇ ਚਾਹੀਦੇ ਹੈ, ਕੋਈ ਸ਼ੱਕ ਨਹੀਂ ਹੈ। ਲੇਕਿਨ ਅਗਰ ਬਦਲ ਵੀ ਕੁਛ ਹੈ ਨਾ, ਕੀ ਇਹ ਹੱਲ ਹੈ ਪੱਕਾ? ਰੱਦ ਹੋ ਜਾਂਦੇ ਆ, ਲੇਕਿਨ ਪ੍ਰੋਬਲਮ ਜਿਹੜਾ ਸੀਗਾ ਐਗਰੀਕਲਚਰ ਦਾ, ਜਿਹੜੇ ਇੰਨੇ ਦਸ਼ਕਾਂ ਤੋਂ ਸੀਗਾ, ਉਹ ਤਾਂ ਉੱਥੇ ਖੜਾ ਹੈ ਨਾ। ਹਾਂ, ਇਹੋ ਗੱਲ ਹੈ ਜੀ। ਇਸੇ ਕਰਕੇ ਜਿਹੜਾ ਕਿਸਾਨ ਇੱਕ ਗੱਲ ਕਹਿ ਰਹੇ ਹੈਗੇ ਆ, ਜੋ ਸਰਕਾਰ ਨਹੀਂ ਕਰਨਾ ਚਾਹੁੰਦੀ, ਇਸ ਕਰਕੇ ਉਹਨੂੰ ਐਕਸੈਪਟ ਨਹੀਂ ਕਰਦੀ, ਉਹ ਇਹ ਹੈਗਾ ਕਿ ਵੀ MSP ਨੂੰ ਇੱਕ ਲੀਗਲ ਕਾਨੂੰਨ ਬਣਾਤਾ ਜਾਏ, ਇੱਕ ਲੀਗਲ ਅਧਿਕਾਰ ਬਣਾਤਾ ਜਾਏ, ਯਾਨੀ ਕਾਨੂੰਨੀ ਅਧਿਕਾਰ ਕਿਸਾਨ ਦਾ ਬਣਾਤਾ ਜਾਏ। ਜਦ ਤੱਕ ਇਹ ਨਹੀਂ ਹੋਏਗਾ ਤਦ ਤੱਕ ਜੋ ਵੀ ਅਸੀਂ ਕਰਾਂਗੇ ਉਹਦੇ ਨਾਲ ਕਿਸਾਨੀ ਸੰਕਟ ਜਿਹੜਾ ਹੈ ਉਹ ਐਡਰੈਸ ਨਹੀਂ ਹੁੰਦਾ ਹੈਗਾ। ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਤਾਂ ਮੇਰਾ ਮੰਨਣਾ ਹੈਗਾ ਕਿ ਮੋਰ ਇੰਪੋਰਟੈਂਟ ਹੈਗਾ, ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੜੀ ਗੱਲ ਹੈ ਕਿ ਮੈਂ ਇਸ ਨਾਲ ਸਹਿਮਤ ਨਹੀਂ ਹੈ ਕਿ ਵੀ ਕਿਸਾਨ ਸਾਨੂੰ ਕੁਝ ਅੱਛੀ ਚੀਜ਼ ਨਹੀਂ ਦੱਸੇ। ਕਿਸਾਨਾਂ ਨੇ ਦੱਸਿਆ ਕਿ ਵੀ ਤੁਸੀਂ ਇੱਕ ਚੌਥਾ ਕਾਨੂੰਨ ਲੈ ਕੇ ਆਓ। ਚੌਥਾ ਕਾਨੂੰਨ ਇਹ ਕਹੇ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈਗਾ ਅਸੀਂ ਕਾਨੂੰਨੀ ਅਧਿਕਾਰ ਬਣਾਤਾ ਹੈਗਾ। ਇਹ ਹੈ ਅਸਲੀ ਸੋਲੂਸ਼ਨ ਖੇਤੀ ਦੇ ਸੰਕਟ ਦਾ। ਕਿਉਂ ਨਹੀਂ ਸਰਕਾਰ ਕਰਦੀ ਹੈ ਇਹ ਕਹਿਣਾ ਕਿ ਬਈ ਕਹਿਣ ਦਾ ਮਤਲਬ ਕਿ ਤੁਹਾਡਾ ਇਹ ਬਦਲ ਹੈਗਾ MSP ਦਾ, ਠੀਕ ਹੈ, ਜਾਂ ਜੋ ਕਹਿੰਦੇ ਨੇ ਤਿੰਨ ਕਾਨੂੰਨ ਰੱਦ ਕਰੋ ਤੇ ਆਪਦਾ ਇੱਕ ਨਵਾਂ ਕਾਨੂੰਨ ਲੈ ਕੇ ਉਹ 'ਤੇ ਗੱਲ ਕਰ ਲੈਂਦੇ ਆ। ਹੁਣ ਤੁਸੀਂ ਇਹ ਦੱਸੋ ਵੀ ਹੁਣ ਹੱਲ ਕੀ ਲੱਗਦਾ ਤੁਹਾਨੂੰ ਇਸ ਮਸਲੇ ਦਾ? ਇਹ ਹੁਣ ਜਿਵੇਂ ਮੰਨਿਆ ਜਾ ਰਿਹਾ ਕਿ ਕੇਂਦਰ ਸਰਕਾਰ ਕੋਲੇ ਬਹੁਮਤ ਤਾਂ 2024 ਤੱਕ ਜਾ ਸਕਦਾ, ਜਾਂ 5 ਸਟੇਟਾਂ ਦੇ ਵਿੱਚ ਇਸੇ ਸਾਲ ਦੇ ਐਂਡ ਤੱਕ ਇਲੈਕਸ਼ਨ ਨੇ, ਉਹ ਕੁਝ ਬਦਲਾਅ ਕਰ ਸਕਦੇ ਨੇ। ਇਹਦੇ ਵਿੱਚ ਕਿਸਾਨ ਅੰਦੋਲਨ ਦੇ ਆਗੂਆਂ ਨੇ ਵੀ ਕੁਝ ਨੀਤੀਆਂ ਚੇਂਜ ਕੀਤੀਆਂ ਨੇ, ਉਹ ਪੋਲੀਟੀਕਲ ਸਿਸਟਮ 'ਚ ਆਉਂਦੇ ਨਜ਼ਰ ਆ ਰਹੇ ਨੇ, ਉਸ ਨਾਲ ਵਿਰੋਧ ਕਰ ਰਹੇ ਨੇ। ਇਹਦਾ ਬਦਲ ਕੀ ਹੋਣਾ ਚਾਹੀਦਾ? ਇਹਦਾ ਹੱਲ ਕੀ ਨਿਬੜੇਗਾ ਤੁਹਾਡੇ ਹਿਸਾਬ ਨਾਲ? ਦੇਖੋ ਹੱਲ ਤਾਂ ਇਹ ਹੋਏਗਾ ਕਿ ਦੋਨਾਂ ਪਾਰਟੀਆਂ ਨੂੰ ਬੈਠਣਾ ਪਏਗਾ, ਗੱਲ ਕਰਨੀ ਪਏਗੀ। ਇਹ ਫਿਰ ਜਿੱਦ ਕਿਸ ਦੀ ਹੈ? ਜਿੱਦ ਕਿਸੇ ਦੀ ਵੀ ਹੋਏ, ਮੇਰਾ ਮਤਲਬ ਹੈ ਕਿ ਉਹਨੂੰ ਬੈਠਣਾ ਪਏਗਾ, ਗੱਲ ਕਰਨੀ ਪਏਗੀ, ਔਰ ਇਹਦਾ ਸਮਾਧਾਨ ਲੌਂਗ ਟਰਮ ਔਰ ਸ਼ਾਰਟ ਟਰਮ ਦੋਨੋਂ ਦੇਖਣੇ ਪੈਣਗੇ। ਗੱਲ ਸੰਵਾਦ ਤੇ ਨਿਬੜੂ, ਔਰ ਸੰਵਾਦ ਤਾਂ ਖੈਰ ਹੋਣਾ ਹੀ ਚਾਹੀਦਾ ਕਿਤੇ ਵੀ ਹੋਏ, ਚਾਹੇ ਉਹ ਅਫਗਾਨਿਸਤਾਨ ਦਾ ਸੰਵਾਦ ਹੋਏ ਜਾਂ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਦਾ ਨਾਲ ਸੰਵਾਦ ਹੋਏ, ਸਭ ਜਗ੍ਹਾ ਸੰਵਾਦ ਹੋਣਾ ਚਾਹੀਦਾ ਹੈ ਔਰ ਉਹੀ ਇੱਕ ਅਲਟੀਮੇਟ ਸੋਲੂਸ਼ਨ ਹੁੰਦਾ ਹੈ। ਤਾਂ ਇਸ ਕਰਕੇ ਸੰਵਾਦ ਦੀ ਪ੍ਰਕਿਰਿਆ ਚੱਲਦੀ ਰਹਿਣੀ ਚਾਹੀਦੀ ਹੈਗੀ ਹੈ। ਔਰ ਇਹ ਆਪਣਾ ਜਿਹੜਾ ਹੈ ਨਾ ਕਿ ਇੱਕ ਰੱਖਣਾ ਕਿ ਵੀ ਮੈਂ ਇਸ ਗੱਲ 'ਤੇ ਨਹੀਂ ਮੰਨਾਂਗਾ, ਮੈਂ ਉਸ ਗੱਲ 'ਤੇ ਮੰਨਾਂਗਾ, ਫਿਰ ਤਾਂ ਸੰਵਾਦ ਨਹੀਂ ਹੁੰਦਾ ਹੈਗਾ। ਆਈ ਥਿੰਕ ਗਵਰਨਮੈਂਟ ਸ਼ੁੱਡ ਬੀ ਕਮਿੰਗ ਵਿਦ ਕਲੀਨ ਚਿੱਟ, ਓਪਨ ਹਾਰਟ ਨਾਲ ਬੈਠੋ ਕਿ ਵੀ ਦੇਖੋ ਕੀ ਕਰ ਰਿਹਾ ਕਿਸਾਨ ਔਰ ਕੀ ਇਹਦਾ ਸੋਲੂਸ਼ਨ ਹੋਣਾ ਚਾਹੀਦਾ। ਕਿਉਂਕਿ ਆਫਟਰ ਆਲ ਜਿਹੜਾ ਖੇਤੀ ਦਾ ਸੰਕਟ ਹੈਗਾ ਉਹ ਦੇਸ਼ ਦੀ ਅੱਧੀ ਜਨਤਾ ਦਾ ਸੰਕਟ ਹੈਗਾ, ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਰਕਾਰ ਜਾਂ ਕੋਈ ਵੀ ਪਾਰਟੀ ਉਸ ਅੱਧੇ ਜਾਂ ਉਸ ਪਾਪੂਲੇਸ਼ਨ ਦੇ ਸ਼ੇਅਰ ਨੂੰ ਅਸੀਂ ਇਗਨੋਰ ਕਰ ਸਕਦੇ ਹਾਂ ਜ਼ਿਆਦਾ ਲੰਬੇ ਅਰਸੇ ਤੱਕ। ਤਾਂ ਇਸ ਕਰਕੇ ਸਾਨੂੰ ਚਾਹੀਦਾ ਕਿ ਬੈਠੀਏ, ਗੱਲ ਕਰੀਏ ਔਰ ਕੋਈ ਵੀ ਸਮਾਧਾਨ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਉਸ ਡਾਇਲੋਗ ਵਿੱਚੋਂ ਨਿਕਲਦਾ ਹੈ ਉਹ ਕਰਨਾ ਚਾਹੀਦਾ। ਹੁਣ ਕੀ ਹੋਏਗਾ ਮੇਰੇ ਹੱਥ 'ਚ ਨਹੀਂ ਹੈਗਾ ਨਾ ਆਪਾਂ ਇਸ ਗੱਲ ਨੂੰ, ਕਿਉਂਕਿ ਜਿਹਨਾਂ ਨੂੰ ਕੀ ਹੋਣਾ ਚਾਹੀਦਾ ਤਾਂ ਤੁਸੀਂ ਰਹਿ ਦੇ ਸਕਦੇ ਨਹੀਂ। ਮੈਂ ਤਾਂ ਹਰ ਜਗ੍ਹਾ ਹੀ ਕਹਿੰਦਾ ਕਿ ਦੇਖੋ ਸਾਨੂੰ 3 ਕਾਨੂੰਨ ਲੈ ਕੇ ਆਉਣੇ ਚਾਹੀਦੇ ਹੈਗੇ। ਮੇਰਾ ਮੰਨਣਾ ਹੈਗਾ ਪਹਿਲਾ ਕਾਨੂੰਨ ਇਹ ਹੈਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਨੂੰ ਅਸੀਂ ਲੀਗਲ ਕਰ ਦਈਏ ਸਾਰੇ ਦੇਸ਼ ਵਿੱਚ 23 ਫਸਲਾਂ ਦੇ ਉੱਪਰ, ਜਿਹਨੂੰ ਅਸੀਂ ਸ਼ੁਰੂਆਤ ਕੀਤਾ ਹੋਇਆ। ਠੀਕ ਹੈ ਜੀ। ਇੱਕ ਤਾਂ ਇਹ ਹੋ ਗਿਆ। ਦੂਜਾ ਹੈ ਕਿ ਬਈ ਮੰਡੀ ਜਿਹੜੀ ਹੈਗੀ ਹੈ, APMC ਮੰਡੀਆਂ ਜਿਹੜੀ ਹੈਗੀਆਂ, ਉਹ APMC ਵਿੱਚ ਖਾਮੀਆਂ ਹੈਗੀਆਂ, ਸਭ ਨੂੰ ਪਤਾ ਹੈਗਾ। ਉਹਦਾ ਸਟਰਕਚਰ ਨੂੰ ਇੰਪਰੂਵ ਕਰਨਾ, ਇਹ ਤਾਂ ਅਸੀਂ ਸਭ ਮੰਨਾਂਗੇ, ਇਹ ਕਰਨ ਦੀ ਜ਼ਰੂਰਤ ਹੈਗੀ ਹੈ। ਲੇਕਿਨ ਨਾਲ ਕਰਨ ਦੀ ਜ਼ਰੂਰਤ ਹੈ ਕਿ ਦੇਸ਼ ਵਿੱਚ ਅੱਜ ਤਕਰੀਬਨ 7000 ਮੰਡੀਆਂ ਹੈਗੀਆਂ APMC ਦੀਆਂ, ਜਦਕਿ ਸਾਨੂੰ ਅਗਰ 5 ਕਿਲੋਮੀਟਰ ਰੇਡੀਅਸ 'ਤੇ ਅਸੀਂ ਇੱਕ ਮੰਡੀ ਦੇਣਾ ਚਾਹੁੰਦੇ ਹਾਂ ਕਿਸਾਨ ਨੂੰ, ਤਾਂ 42000 ਮੰਡੀਆਂ ਦੀ ਜ਼ਰੂਰਤ ਹੈ। ਸੋ ਸਾਨੂੰ ਆਪਣੇ ਮੰਡੀਆਂ ਦਾ ਨੈਟਵਰਕ ਜਿਹੜਾ ਹੈਗਾ ਉਹ ਵਿਸ਼ਾਲ ਲੈਵਲ 'ਤੇ ਜਾਂ ਵਿਸਤਾਰ ਕਰਨਾ ਪਏਗਾ ਨੈਸ਼ਨਲ ਲੈਵਲ 'ਤੇ। ਔਰ 42000 ਮੰਡੀਆਂ ਵਾਸਤੇ ਕੋਈ ਜ਼ਿਆਦਾ ਇਨਵੈਸਟਮੈਂਟ ਦੀ ਜ਼ਰੂਰਤ ਨਹੀਂ ਹੈ। ਔਰ ਜਦ ਕਿ ਅਸੀਂ ਸੜਕਾਂ 'ਤੇ ਕਿਸ ਨੂੰ ਪੁੱਛਿਆ ਵੀ ਨਹੀਂ ਹੈਗਾ, ਨਾ ਕਿਸ ਨੂੰ ਪੁੱਛਦੇ ਹੈਗੇ ਆ ਕਿ ਉਹ ਕਦੀ 6 ਲੇਨ ਤਾਂ ਕਦੀ 8 ਲੇਨ ਬਣਾਈ ਜਾਂਦੇ ਪਏ ਆਪਾਂ, ਮੈਨੂੰ ਨਹੀਂ ਪਤਾ ਯਾਨੀ ਉਹ ਕਾਰੋਬਾਰੀ ਰਿਲੇਟਡ ਹੋ ਗਿਆ। ਹਾਂਜੀ, ਲੇਕਿਨ ਇਹ ਮੰਡੀਆਂ ਜਿਹੜੀ ਜ਼ਰੂਰਤ ਹੈਗੀਆਂ ਇਹ ਵੀ ਪਬਲਿਕ ਸੈਕਟਰ ਇਨਵੈਸਟਮੈਂਟ ਹੈ, ਇਹ ਸਰਕਾਰ ਨੂੰ ਕਰਨਾ ਚਾਹੀਦਾ। ਇਹਦੇ ਵਿੱਚ ਇਹ ਵੀ ਹੈ ਕਿ ਪ੍ਰਾਈਵੇਟ ਮੰਡੀਆਂ ਅਗਰ ਪ੍ਰਾਈਵੇਟ ਸੈਕਟਰ ਆਉਂਦਾ ਉਹਨੂੰ ਵੀ ਵੈਲਕਮ ਕਰੋ, ਲੇਕਿਨ ਇੱਕ ਚੀਜ਼ ਹੋਣੀ ਚਾਹੀਦੀ ਹੈ ਕਿ APMC ਦੇ ਮੰਡੀ ਦੇ ਅੰਦਰ ਜਿਹੜੇ ਪ੍ਰਾਵਧਾਨ ਹੈਗੇ ਜਾਂ ਪ੍ਰਾਈਵੇਟ ਸੈਕਟਰ ਦੇ ਅੰਦਰ ਪ੍ਰਾਈਵੇਟ ਸੈਕਟਰ ਦੀ ਮੰਡੀ ਜਿਹੜੀ ਹੋਏਗੀ ਉਹਦੇ ਪ੍ਰਾਵਧਾਨ ਉਹ ਬਰਾਬਰ ਹੋਣੇ ਚਾਹੀਦੇ, ਤਾਂ ਕਿ ਉਹ ਜਿਹੜਾ ਹੈ ਨਾ ਕਿ ਕਿਹੜੀ ਜਿਹਨੂੰ ਕੰਪੀਟੀਸ਼ਨ ਕਹਿੰਦੇ ਆਪਾਂ, ਉਹ ਤਾਂ ਹੀ ਹੋ ਪਾਏਗਾ ਜਦ ਦੋਨਾਂ ਦੇ ਇੱਕੋ ਉਹਦੇ ਚੱਲ ਰਹੀ ਹੈਗੀਆਂ। ਇਹ ਨਹੀਂ ਕਿ ਵੀ APMC ਮੰਡੀ ਵਿੱਚ ਟੈਕਸ ਲੱਗ ਰਿਹਾ ਹੈ ਔਰ ਬਾਹਰ ਦੀ ਮੰਡੀ 'ਚ ਕੋਈ ਟੈਕਸ ਨਹੀਂ ਹੈਗਾ, ਤਾਂ ਇਹ ਗਲਤ ਸਿਸਟਮ ਹੈਗਾ। ਇੱਕੋ ਸਿਸਟਮ ਅਪਰੇਟ ਕਰਨਾ ਚਾਹੀਦਾ। ਔਰ ਤੀਸਰਾ ਇਹ ਹੈਗਾ ਕਿ ਸਾਡੇ ਦੇਸ਼ ਦੀ ਆਪਣੀ ਸਟਰੈਂਥਸ ਹੈਗੀਆਂ,
ਜਿਹੜੀ ਮੈਂ ਤੁਹਾਨੂੰ ਦੋ ਗੱਲਾਂ ਦੱਸੀਆਂ ਪਹਿਲੇ, ਉਹ ਵੀ ਸਾਡੀ ਤਾਕਤ ਹੈਗੀਆਂ, ਔਰ ਇਹ ਤਾਕਤ ਨੂੰ ਸਾਨੂੰ ਮਜ਼ਬੂਤ ਕਰਨਾ ਹੋਰ ਅੱਗੇ। ਤੀਸਰੀ ਸਾਡੀ ਤਾਕਤ ਜਿਹੜੀ ਹੈਗੀ ਆ ਉਹ ਡੇਅਰੀ ਤੋਂ ਆਉਂਦੀ ਹੈ। ਤੁਹਾਨੂੰ ਪਤਾ ਹੈ ਡੇਅਰੀ ਦੇ ਆਉਣ ਦੇ ਬਾਅਦ ਸਾਡੇ ਦੇਸ਼ ਵਿੱਚ ਵਾਈਟ ਰੈਵੋਲੂਸ਼ਨ ਆਇਆ, ਹਾਂਜੀ, ਔਰ ਉਹ ਸਫੇਦ ਕ੍ਰਾਂਤੀ ਜਿਹੜੀ ਆਈ ਹੈਗੀ ਆ ਉਹਨੇ ਸਾਨੂੰ ਇੱਕ ਐਸਾ ਮਾਡਲ ਦਿੱਤਾ ਹੈਗਾ ਜਿਹਦੇ ਨਾਲ ਵਿਮਨ ਨੂੰ ਪਿੰਡਾਂ ਵਿੱਚ ਜਾਂ ਕਿਸਾਨਾਂ ਨੂੰ ਬਹੁਤ ਉਹਦੇ ਨਾਲ ਫਾਇਦਾ ਹੋਇਆ ਹੈਗਾ। ਅੱਜ ਵੀ MD ਜਿਹੜੇ ਹੈਗੇ ਆ ਉਹਨਾਂ ਦੀ ਇੱਕ ਸਟੇਟਮੈਂਟ ਮੈਨੂੰ ਯਾਦ ਹੈ, ਉਹ ਕਹਿੰਦੇ ਹੈ ਕਿ ਜਦ ਤੁਸੀਂ 100 ਰੁਪਏ ਦਾ ਦੁੱਧ ਖਰੀਦਦੇ ਹੋ ਕਿਸੇ ਵੀ ਕੋਆਪਰੇਟਿਵ ਡੇਅਰੀ ਦਾ, ਤਾਂ ਉਹਦੇ 'ਚ 70 ਰੁਪਏ ਘੱਟ ਤੋਂ ਘੱਟ ਕਿਸਾਨ ਦੇ ਜੇਬ 'ਚ ਜਾਂਦੇ ਹੈਗੇ। ਸਾਨੂੰ ਉਹ ਮਾਡਲ ਚਾਹੀਦਾ ਹੈਗਾ। ਤੁਸੀਂ ਅਮਰੀਕਾ ਵਿੱਚ ਦੇਖੋ, ਅਮਰੀਕਾ ਵਿੱਚ ਜਦ ਤੁਸੀਂ $1 ਦਾ ਐਗਰੀਕਲਚਰ ਦਾ ਸਮਾਨ ਖਰੀਦਦੇ ਹੋ ਤਾਂ ਕਿਸਾਨ ਨੂੰ ਮਾਤਰ 8% ਜਾਂਦਾ ਹੈਗਾ, 8%, ਔਰ ਸਾਡਾ ਡੇਅਰੀ ਕਹਿੰਦਾ ਹੈ 70%। ਇਹ ਮੈਂ ਚਾਹੁੰਦਾ ਕਿ ਸਾਡੇ ਹਿੰਦੁਸਤਾਨ ਵਿੱਚ ਉਹ ਕੋਆਪਰੇਟਿਵ ਮਾਡਲ ਜਿਹੜਾ ਹੈਗਾ ਅਸੀਂ ਉਹਨੂੰ ਰੈਪਲੀਕੇਟ ਕਰੀਏ ਸਬਜ਼ੀਆਂ ਵਾਸਤੇ, ਫਰੂਟਸ ਵਾਸਤੇ, ਆਇਲ ਸੀਡਸ ਵਾਸਤੇ, ਪਲਸਿਸ ਵਾਸਤੇ, ਤਾਂ ਕਿ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸ਼ੇਅਰ ਹੈਗਾ ਕੰਜ਼ਿਊਮਰ ਪ੍ਰਾਈਸ ਦਾ, ਉਹ ਉਪਭੋਗਤਾ ਜਿਹੜਾ ਪ੍ਰਾਈਸ ਦਿੰਦਾ ਉਹ ਕਿਸਾਨਾਂ ਨੂੰ ਮਿਲੇ। ਚਲੋ ਇੱਕ ਲਾਸਟ, ਜਿਹੜੇ ਸੁਧਾਰਾਂ ਦੀ ਤੁਸੀਂ ਗੱਲ ਕਰਦੇ ਹੋ ਜਾਂ ਜਿਹੜੇ ਸੁਧਾਰ ਕਿਸਾਨ ਡਿਮਾਂਡ ਕਰ ਰਹੇ ਨੇ, ਉਹਦੇ ਨਾਲ ਕਿਸਾਨ ਦੀ ਆਮਦਨ ਕਿੰਨੀ ਵਧਣ ਦੀ ਸੰਭਾਵਨਾ ਹੈ? ਦੇਖੋ ਇਹ ਐਸਟੀਮੇਟ ਕਿਸੇ ਨੇ ਨਹੀਂ ਕੀਤਾ ਹਾਲ ਤੱਕ ਕਿ ਜਿਹੜੇ ਇਹ ਪਿਛਲੇ ਜਿਹੜੇ ਸਰਕਾਰ ਨੇ ਜਿਹੜੇ ਕਹੇ ਹੈਗੇ ਕਿ ਸੁਧਾਰ ਲੈ ਕੇ ਆਏ ਹੈਗੇ, ਉਹਨਾਂ ਨੇ ਵੀ ਕਿਤੇ ਨਹੀਂ ਦੱਸਿਆ ਹਾਲ ਤੱਕ ਕਿ ਕਿੰਨਾ ਇਹਦੇ 'ਚ ਇਨਕਮ ਦਾ ਫਾਇਦਾ ਹੋਏਗਾ। ਕਿਉਂਕਿ ਔਰ ਮੈਂ ਹਰ ਜਗ੍ਹਾ ਪੁੱਛਿਆ ਕਿ ਜਦ ਅਮਰੀਕਾ, ਯੂਰਪ, ਸਾਰੀ ਅਮੀਰ ਦੇਸ਼ਾਂ ਵਿੱਚ ਉਹ ਰਿਫਾਰਮਸ ਜਿਹੜੇ ਅਸੀਂ ਹੁਣ ਹਿੰਦੁਸਤਾਨ 'ਚ ਲੈ ਕੇ ਆ ਰਹੇ ਹੈਗੇ ਆ ਉਹ ਫੇਲ ਹੋ ਗਏ ਹੈ, ਤਾਂ ਸਾਡੇ ਇੱਥੇ ਕਿਸ ਤਰ੍ਹਾਂ ਉਹ ਸਕਸੈਸਫੁਲ ਹੋਣਗੇ? ਇੱਕ ਗੱਲ। ਦੂਜੀ ਗੱਲ ਜਿਹੜਾ ਤੁਸੀਂ ਕਹਿ ਰਹੇ ਹੋ, ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਰੱਖਤਾ ਹੈ ਕਿ ਜਦ ਕੋਆਪਰੇਟਿਵ ਵਿੱਚ ਕਿਸਾਨ ਜਿਹੜਾ ਹੈਗਾ ਉਹਨੂੰ 70% ਜਿਹੜਾ ਐਂਡ ਕੰਜ਼ਿਊਮਰ ਪ੍ਰਾਈਸ ਹੈ, ਯਾਨੀ ਜਿਹੜਾ ਉਪਭੋਗਤਾ ਪ੍ਰਾਈਸ ਦਿੰਦਾ ਉਹ ਉਹਨੂੰ ਮਿਲਦਾ ਹੈਗਾ, ਉਹ ਤੋਂ ਜ਼ਿਆਦਾ ਪ੍ਰੋਫਿਟ ਐਸਟੀਮੇਟ ਕਰਨ ਦਾ ਹੋਰ ਕੀ ਤਰੀਕਾ ਹੈਗਾ? ਔਰ ਜਦ ਤੁਹਾਨੂੰ ਦੱਸਿਆ ਕਿ ਮੈਂ ਜਿਹੜਾ ਮਾਰਕੀਟ ਇਕਨੋਮੀ ਹੈਗੀ ਹੈ, ਮਾਰਕੀਟ ਵਿੱਚ ਅਮਰੀਕਾ ਵਿੱਚ $1 ਦਾ ਖਰੀਦ ਅਗਰ ਹੁੰਦੀ ਹੈ ਐਗਰੀਕਲਚਰ ਦੀ, ਉਹਦੇ ਵਿੱਚੋਂ 8% ਜਿਹੜਾ ਹੈ ਕਿਸਾਨ ਕੋਲ ਜਾਂਦਾ ਹੈਗਾ। ਤੁਹਾਡੇ ਕੋਲ ਤੁਹਾਨੂੰ ਉਹ ਮਾਡਲ ਪਸੰਦ ਹੈ ਕਿ ਤੁਹਾਨੂੰ ਉਹ ਕੋਆਪਰੇਟਿਵ ਦਾ ਮਾਡਲ ਪਸੰਦ ਹੈ ਜਿਹਦੇ 70% ਜਾਂਦਾ ਹੈਗਾ? ਆਈ ਥਿੰਕ ਜਵਾਬ ਬੜਾ ਕਲੀਅਰ ਹੈਗਾ ਕਿ ਸਾਨੂੰ ਉਹ ਕੋਆਪਰੇਟਿਵ ਮਾਡਲ ਚਾਹੀਦਾ ਜਿਹਦੇ ਵਿੱਚ 70% ਕਿਸਾਨਾਂ ਦੀ ਜੇਬ 'ਚ ਜਾਏ। ਤੁਹਾਡੀ ਵਿਸ਼ਲੇਸ਼ਣ ਦਾ, ਤੁਹਾਡੀ ਗੱਲਬਾਤ ਦਾ ਇੱਕ ਤਾਂ ਨੀਤੀ ਘਾੜਿਆਂ ਨੂੰ ਸੋਚਣ ਦੀ ਲੋੜ ਹੈ, ਦੂਸਰਾ ਇਹ ਹੈ ਕਿ ਜਿਹੜਾ MSP ਪ੍ਰਾਈਸ ਤੈਅ ਕਰਨਾ, ਉਹਨੂੰ ਲੀਗਲੀ ਕਰਨਾ ਬਹੁਤ ਜ਼ਰੂਰੀ ਹੈ। ਉਹ ਤਾਂ ਜ਼ਰੂਰੀ ਹੈ ਹੀ ਹੈ। ਔਰ ਨਾਲ ਮੈਂ ਜੋ ਤਿੰਨ ਮੇਰੇ ਜੋ ਤਰਫ ਰਿਫਾਰਮਸ ਹੈਗੇ ਜਾਂ 3 ਲਾਜ਼ ਜਿਹੜੇ ਦੇਸ਼ ਨੂੰ ਲੈ ਕੇ ਆਉਣੇ ਚਾਹੀਦੇ, ਉਹ ਮੈਂ ਤੁਹਾਡੇ ਸਾਹਮਣੇ ਰੱਖਤੇ ਹੈਗੇ। ਔਰ ਮੈਨੂੰ ਲੱਗਦਾ ਕਿ ਉਹੀ ਇਨ ਲੌਂਗ ਟਰਮ ਕਿਸੇ ਵੀ ਦੇਸ਼ ਦੇ ਖੁਸ਼ਹਾਲੀ ਵਾਸਤੇ, ਜਾਂ ਆਪਣੇ ਪ੍ਰਧਾਨ ਮੰਤਰੀ ਜਿਹੜੇ ਕਹਿੰਦੇ ਹੈ ਨਾ ਸਬਕਾ ਸਾਥ ਸਬਕਾ ਵਿਕਾਸ, ਉਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਐਗਰੀਕਲਚਰ ਨੂੰ ਸੈਕਿੰਡ ਇੰਜਨ ਆਫ ਗਰੋਥ ਬਣਾਈਏ। ਦੇਖੋ ਅੱਜ ਤੱਕ ਇੰਡਸਟਰੀ ਸਿਰਫ ਇੰਜਨ ਆਫ ਗਰੋਥ ਮੰਨਦੇ ਹੈਗੇ ਆ, ਸਾਨੂੰ ਜ਼ਰੂਰਤ ਹੈਗੀ ਐਗਰੀਕਲਚਰ ਨੂੰ ਇੰਜਨ ਆਫ ਗਰੋਥ ਬਣਾਉਣ ਦੀ, ਔਰ ਉਹ ਤਾਂ ਹੀ ਹੋ ਸਕਦਾ ਹੈ ਜੋ ਮੈਂ 3 ਤੁਹਾਨੂੰ ਐਗਜ਼ਾਮਪਲ ਦਿੱਤੇ ਜਾਂ ਲੇਆਊਟ ਕੀਤਾ ਹੈਗਾ, ਇੱਕ ਜਿਹੜਾ ਮਾਡਲ ਹੈਗਾ, ਉਹ ਅਗਰ ਅਸੀਂ ਉਹਨੂੰ ਲੈ ਕੇ ਆਉਂਦੇ ਹੈਗੇ ਆ ਤਾਂ ਹੀ ਕਿਸਾਨ ਜਿਹੜਾ ਹੈ ਜਾਂ ਖੇਤੀ ਜਿਹੜੀ ਹੈ ਉਸ ਲੈਵਲ ਤੇ ਆ ਸਕਦੀ ਹੈ। ਯਾਨੀ ਤੁਹਾਡੀ ਕਹਿਣ ਦਾ ਮਤਲਬ ਇਹ ਹੈ ਜੇ ਵਿਕਾਸ ਦੀ ਗੱਡੀ ਚਲਾਉਣੀ ਹੈ ਤਾਂ ਆਪਾਂ ਕਾਰਪੋਰੇਟ ਨੂੰ ਜਾਂ ਉਦਯੋਗ ਨੂੰ ਇੰਜਣ ਮੰਨਦੇ, ਉਹਦੀ ਜਗ੍ਹਾ ਕਿਸਾਨੀ ਨੂੰ, ਖੇਤੀਬਾੜੀ ਨੂੰ, ਐਗਰੀਕਲਚਰ ਨੂੰ ਇੰਜਣ ਬਣਾਉਣਾ ਚਾਹੀਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹਦੀ ਜਗ੍ਹਾ, ਮੈਂ ਇਹ ਕਿਹਾ ਹੈਗਾ ਕਿ ਬਈ ਇੱਕ ਤੁਸੀਂ ਇੰਡਸਟਰੀ ਨੂੰ ਤਾਂ ਮੰਨ ਕੇ ਚੱਲਦੇ ਹੋ ਕਿ ਉਹ ਇੰਜਨ ਆਫ ਗਰੋਥ ਹੈ, ਹਾਂਜੀ, ਕਿ ਤੁਹਾਡਾ ਵਿਕਾਸ ਦਾ ਉਹ ਜਿਹੜਾ ਅਸਲੀ ਜਿਹੜਾ ਦਾਰੋਮਦਾਰ ਹੈ ਉਹ ਇੰਡਸਟਰੀ 'ਤੇ ਟਿਕਿਆ ਹੋਇਆ ਹੈਗਾ। ਮੈਨੂੰ ਲੱਗਦਾ ਕਿ ਹੁਣ ਸਾਨੂੰ ਇਕਨੋਮਿਕ ਪਾਲਿਸੀਜ਼ ਨੂੰ ਬਦਲਣਾ ਪਏਗਾ ਕਿ ਇੰਡਸਟਰੀ ਦੇ ਇਲਾਵਾ ਅਸੀਂ ਐਗਰੀਕਲਚਰ ਨੂੰ ਦੂਸਰਾ ਜਿਹੜਾ ਆਪਣਾ ਸਤੰਭ ਹੈ ਇੱਕ ਗਰੋਥ ਦਾ, ਵਿਕਾਸ ਦਾ, ਉਹ ਬਣਾਉਣਾ ਚਾਹੀਦਾ ਹੈਗਾ, ਔਰ ਉਹਦੇ ਨਾਲ ਹੀ ਸਬਕਾ ਸਾਥ ਸਬਕਾ ਵਿਕਾਸ ਪੋਸੀਬਲ ਹੈ। ਇਹ ਸਨ ਸ਼੍ਰੀ ਦਵਿੰਦਰ ਸ਼ਰਮਾ ਜੀ। ਉਹਨਾਂ ਦਾ ਮੰਨਣਾ ਹੈ ਕਿ ਵਿਕਾਸ ਦੇ ਇੰਜਣ ਦੇ ਵਿੱਚ ਜਿੱਥੇ ਪਹਿਲਾਂ ਆਪਾਂ ਉਦਯੋਗ ਨੂੰ ਵਿਕਾਸ ਦੇ ਇੰਜਣ ਦੇ ਗੱਡੀ ਦਾ ਵਧਣ ਵਾਲਾ ਮੰਨਦੇ ਹਾਂ, ਪਰ ਉੱਥੇ ਐਗਰੀਕਲਚਰ ਨੂੰ ਵੀ ਨਾ ਜੋੜਨਾ ਪਏਗਾ ਤਾਂ ਥੋੜੀ ਬਰਾਬਰ ਤੇ ਵਿਕਾਸ ਦੀ ਇੱਕ ਗੱਡੀ ਚੱਲੇਗੀ। ਦੂਸਰਾ ਉਹਨਾਂ ਦਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੀਆਂ ਨੀਤੀਆਂ ਦੀ ਪ੍ਰੋਗਰਾਮਿੰਗ ਹੈ ਜਾਂ ਨੀਤੀਆਂ ਦਾ ਡਿਜ਼ਾਈਨ ਆ, ਉਹ ਐਸਾ ਕੀਤਾ ਗਿਆ ਕਿ ਉਹ ਕਿਤੇ ਨਾ ਕਿਤੇ ਕੀ ਪੂਰੇ ਦੇ ਪੂਰੇ ਕਿਸਾਨੀ ਨੂੰ ਇੱਕ ਪਾਸੇ ਰੱਖ ਦਿੰਦੇ ਹੈ, ਅਤੇ ਸਾਰੀਆਂ ਨੀਤੀਆਂ ਕਿਸਾਨੀ ਨੂੰ ਪਾਸੇ ਰੱਖ ਕੇ ਕੀਤੀਆਂ, ਜਦੋਂ ਕਿ ਹਕੀਕਤ ਇਹ ਹੈ ਕਿ ਆਧਾਰ ਵਿਕਾਸ ਖੇਤੀ ਆਧਾਰਿਤ ਹੈ, ਉਹ ਬੇਸ ਹੈ, ਉਹ ਯਾਨੀ ਫੰਡਾਮੈਂਟਲ ਹੈ। ਇਸ ਕਰਕੇ ਇਹ ਕਿਤੇ ਨਾ ਕਿਤੇ ਇਹਨਾਂ ਨੀਤੀਆਂ ਨੂੰ, ਇਸ ਡਿਜ਼ਾਈਨ ਨੂੰ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਇਸ ਗੱਲ ਨੂੰ ਕਿਸਾਨ ਸਮਝ ਚੁੱਕਿਆ, ਇਸੇ ਕਰਕੇ ਪਿਛਲੇ 9 ਮਹੀਨਿਆਂ ਤੋਂ ਬਾਰਡਰ 'ਤੇ ਬੈਠਾ ਹੈ। ਅਤੇ ਇਹ ਗੱਲਾਂ ਜਿੱਥੇ ਇੱਕ ਡਰ ਪੈਦਾ ਕੀਤੇ ਜਾਂਦੇ ਆ ਉਪਭੋਗਤਾ ਵਿੱਚ ਜਾਂ ਖਪਤਕਾਰ ਦੇ ਵਿੱਚ ਜਾਂ ਜਿਹੜੇ ਦੂਸਰੇ ਲੋਕਾਂ ਦੇ ਵਿੱਚ, ਉਹ ਨਹੀਂ ਹੈ। ਉਹ ਕਹਿੰਦੇ ਵੀ ਜਦੋਂ ਉਹਨਾਂ ਦੀ ਉਦਾਹਰਨ ਸਿੱਧੀ ਜੀ ਹੈ ਕਿ ਜਦੋਂ ਪੈਟਰੋਲ ਦੀ ਕੀਮਤ ਵੱਧ ਕੇ ਉਦੋਂ ਬੋਲਦੇ ਨਹੀਂ, ਅਤੇ ਜੇ ਕਿਸਾਨ ਦੀ ਜੇ ਫਸਲ ਦਾ ਰੇਟ ਵੱਧ ਜੇ ਜਾਂ ਉਹਦੀ ਚੀਜ਼ ਦਾ ਜਿਣਸ ਦਾ ਰੇਟ ਵੱਧ ਜੇ, ਉਹਦੇ ਨਾਲ ਦੀ ਨਾਲ ਕਹਿੰਦੇ ਹੋ ਹੱਲਾ ਕਰਨ ਲੱਗ ਜਾਂਦੇ ਨੇ। ਰਸੋਈ ਦਾ
ਉਹ ਕਰਨ ਲੱਗ ਜਾਂਦੇ ਰਸੋਈ ਦਾ ਬਜਟ ਵੱਧ ਗਿਆ। ਪਰ ਉਹ ਉਹਨਾਂ ਦੇ ਇਸੇ ਗੱਲ ਤੇ ਇੱਕ ਸਿੱਧਾ ਤੌਰ 'ਤੇ ਇਸ਼ਾਰਾ ਹੈ ਕਿ ਜੇ ਤੁਸੀਂ ਪੈਟਰੋਲ ਦੀਆਂ ਕੀਮਤਾਂ ਤੇ ਨਹੀਂ ਬੋਲਦੇ ਤਾਂ ਕਿਸਾਨ ਦੀ ਇਸ ਫਸਲੀ ਦੇ ਵੱਧਦੇ ਰੇਟਾਂ ਤੇ ਕਿਉਂ ਬੋਲਦੇ ਆ? ਜੇ ਬੋਲਣਾ ਤਾਂ ਦੋਨਾਂ ਤੇ ਬੋਲੋ, ਤੇ ਦੋਨੇ ਪਾਸੇ ਫਿਰ ਆਮਦਨ ਦੋਨੇ ਪਾਸੇ ਵਧੇਗੀ। ਪਰ ਉਹਨਾਂ ਦਾ ਇੱਕ ਹੋਰ ਵੀ ਹੈ, ਜੇ ਕਿਸਾਨ ਦੀ ਹੁੰਦੀ ਉਹਦੇ ਨਾਲ ਕੋਈ ਖਪਤਕਾਰ ਦੇ ਜੇਬ ਤੇ ਇੰਨਾ ਵਜ਼ਨ ਨਹੀਂ ਪਏਗਾ, ਕਿਉਂਕਿ ਇਹ ਸਾਰਿਆਂ ਦੀਆਂ ਲੋੜਾਂ ਨੇ। ਜਦੋਂ ਸਾਰੇ ਇੱਕੋ MSP ਲਾਗੂ ਹੋ ਜਾਏਗੀ ਤਾਂ ਸਾਰਾ ਰੇਟ ਬਰਾਬਰ ਹੋ ਜਾਏਗਾ, ਉਹ ਯਾਨੀ ਕਿ ਸਾਰਿਆਂ ਦੀ ਸਮਝ ਤੇ ਬਰਾਬਰਤਾ ਦੇ ਸਿਸਟਮ 'ਚ ਚਲਾ ਜਾਏਗਾ। ਪਰ ਦੇਖਣਾ ਹੁਣ ਇਹ ਹੈ ਕਿ ਉਹਨਾਂ ਦੀਆਂ ਉਦਾਹਰਨਾਂ ਅਮਰੀਕਾ ਨੂੰ ਲੈ ਕੇ ਹੈ, ਉੱਥੋਂ ਦੀਆਂ ਨੀਤੀਆਂ ਨੂੰ ਲੈ ਕੇ ਹੈ। ਖਾਸ ਕਰਕੇ ਸਿਰਫ ਤੇ ਸਿਰਫ ਉਹਨਾਂ ਦਾ ਜ਼ਿਆਦਾ ਕਹਿਣਾ ਇਹ ਹੈ ਤਜਰਬੇ ਮੁਤਾਬਕ ਵੀ ਜਿਹੜੀਆਂ ਨੀਤੀਆਂ ਨੇ ਉਹ ਸਿਰਫ ਤੇ ਸਿਰਫ ਉਦਯੋਗ ਨੂੰ, ਕਾਰੋਬਾਰ ਨੂੰ, ਕਾਰੋਬਾਰੀਆਂ ਦੀਆਂ ਫਾਇਦੇ ਨੂੰ ਦੇਖ ਕੇ ਬਣਾਈ ਜਾਂਦੀਆਂ, ਉਹ ਬਦਲਣੀਆਂ ਜ਼ਰੂਰੀ ਨੇ। ਹੁਣ ਕੇਂਦਰ ਸਰਕਾਰ ਇਸ ਨੂੰ ਕਿਵੇਂ ਦੇਖਦੀ ਹੈ, ਜਦੋਂ ਕਿ ਕੇਂਦਰ ਸਰਕਾਰ ਦੇ ਵੀ 3 ਕਾਨੂੰਨਾਂ 'ਤੇ ਇੱਕੋ ਹੀ ਦੋਸ਼ ਲੱਗਦੇ ਕਿ ਕਾਰੋਬਾਰੀਆਂ ਨੂੰ ਅੱਗੇ ਰੱਖ ਕੇ ਬਣਾਈਆਂ ਗਈਆਂ ਨੇ, ਕਿਸਾਨ ਨੂੰ ਲਾਂਭੇ ਕਰ ਦਿੱਤਾ ਗਿਆ, ਜੋ ਕਿ ਦੇਸ਼ ਵਾਸੀਆਂ ਲਈ ਨੁਕਸਾਨਦੇਹ ਹੈ। ਕਿਸਾਨ ਬੈਠੇ ਨੇ, ਉਹਨਾਂ ਦਾ ਬੈਠੇ ਰਹਿਣ ਦਾ ਆ ਗਿਆ ਕਿ 2024 ਤੱਕ ਬੈਠੇ ਰਹਿਣਗੇ। ਵਿਚਾਰਕ ਆਪਦੀਆਂ ਨੀਤੀਆਂ ਦੱਸ ਰਹੇ ਨੇ, ਵੱਡੀ ਚਰਚਾ ਛਿੜ ਗਈ ਹੈ। ਇਹ ਚਰਚਾ ਕਿਹੜੇ ਅਮਲ 'ਤੇ ਪਹੁੰਚਦੀ ਹੈ? ਚੋਣਾਂ ਵੀ 5 ਸਟੇਟਾਂ 'ਚ ਆਉਣ ਵਾਲੀਆਂ ਨੇ, ਸਰਕਾਰਾਂ ਜਾਂ ਲੋਕ ਕਿਸ ਤਰ੍ਹਾਂ ਦੇ ਬੰਦੇ ਚੁਣਦੇ ਨੇ ਇਹ ਤਾਂ ਆਉਣ ਵਾਲੇ ਭਵਿੱਖ 'ਚ ਨੇ। ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ। ਕਿਸਾਨ ਤਾਂ ਉੱਠ ਖੜੇ ਨੇ, ਆਮ ਲੋਕਾਂ ਨੂੰ ਵੀ ਉੱਠਣ ਦੀ ਲੋੜ ਹੈ। ਅਜਿਹੀਆਂ ਚਰਚਾਵਾਂ ਅਸੀਂ ਦਰਸ਼ਕਾਂ ਸਾਹਮਣੇ ਰੱਖਦੇ ਰਹਿੰਦੇ ਹਾਂ। ਅਜਿਹੀਆਂ ਚਰਚਾਵਾਂ ਜੇ ਸਾਡੇ ਦਰਸ਼ਕਾਂ ਨੂੰ ਠੀਕ ਲੱਗਦੀਆਂ ਨੇ, ਸਾਡੇ ਪ੍ਰੋਗਰਾਮ ਠੀਕ ਲੱਗਦੇ ਨੇ, ਤੇ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦੇਣ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਤਾਂ ਜੋ ਅਜਿਹੀਆਂ ਚਰਚਾਵਾਂ, ਅਜਿਹੀਆਂ ਵਿਸ਼ੇ ਦੇ ਜਾਣੀ ਕਿ ਬਹਿਸ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਮਿਲੇ। ਅਤੇ ਲਗਾਤਾਰ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ।